ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ। ਪਿੰਡ ਪੰਡਾਲ ਦੋਨਾ ਵਿਖੇ ਸਮੂਹ ਗ੍ਰਾਮ ਪੰਚਾਇਤ ਵੱਲੋਂ ਪ੍ਰਵਾਸੀ ਵੀਰਾਂ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 73ਵਾਂ ਸਾਲਾਨਾ ਕੁਸ਼ਤੀ ਮੇਲਾ ਪਿੰਡ ਦੇ ਖੇਡ ਸਟੇਡੀਅਮ ਵਿਖੇ ਕਰਵਾਇਆ ਗਿਆ। ਇਸ ਮੌਕੇ ਤੇ ਉੱਤਰ ਭਾਰਤ ਦੇ ਪ੍ਰਸਿੱਧ ਪਹਿਲਵਾਨਾਂ ਦੀਆਂ ਕੁਸ਼ਤੀਆਂ ਉੱਚ ਕੋਟੀ ਦੇ ਪਹਿਲਵਾਨ ਰਹੇ ਲੈਂਬਰ ਸ਼ਾਹਕੋਟ ਦੀ ਦੇਖਰੇਖ ਹੇਠ ਕਰਵਾਈਆਂ ਗਈਆਂ। ਕੁਸ਼ਤੀ ਮੁਕਾਬਲਿਆਂ ਵਿੱਚ 50 ਤੋਂ ਜ਼ਿਆਦਾ ਪਹਿਲਵਾਨਾਂ ਨੇ ਹਿੱਸਾ ਲਿਆ। ਚਾਹਾਂਗਾ ਇਹ NRI ਵੀਰਾਂ ਨੇ और पिंड के सहयोग के नाल हर साल ये कुश्तियाँ कराते कदे कबड्डी कराते छिंज मेला हर साल कराते इन्हों का हैल्थ क्लब देखो कितना सोहना। और मैं समझदा बच्चों नूं जिथे सेहत सुविधावां अपनी हैल्थ क्लब आ बच्चे इस इंटरस्ट लेंदे आ। सरपंच साहब साडे NRI मेरा वीर गैरी पंडाल मनसू जी का पिंड आ। ये बड़ी दिलचस्पी है इन्हों। मैं चंडीगढ़ चलिया सी, मनसू ने कहा नहीं बई इत्थे हाज़री ला के जाओ। मैं हाज़री लाने लिए आया तो सारे इस मेले दी बधाइयां देना। राणा साहब हम चोणां खत्म हो गई, मानसिक तौर पर थकान हुई होगी, शारीरिक तौर पर भी थकान होगी, किदां हम दूर कर रहे हैं? मानसिक तौर पर तो संतुलन मेरा हमेशा ठीक रहा, कोई थकान नहीं हुई। तो शारीरिक तौर पर भी आप कुश्ती लड़ी है, गड्डी बैठे जाके भाषण देता, सिर्फ गले की प्रॉब्लम है और कोई प्रॉब्लम। नतीजे की देखते हो क्योंकि बड़े सियासतदान सारा कुछ भाप लेने हो? नतीजे 20 तरीक को 10 तरीक को आ जाने। कांग्रेस पार्टी जीतूगी। कितनी सीटां आ रही नहीं गिनिया नहीं, मैं गिन के दसूँ। मैं पहला राणा जी का इत्थे पहुँचण ते सारे पिंड वालों धन्नवाद करदा जी कि देखो इन्हों किन्ने महीने हो गए मतलब कि ਇਹਨੂੰ ਮੈਨੂੰ ਲੱਗਦਾ ਨਹੀਂ ਸੀਗਾ ਕਿ ਅੱਜ ਆ ਪਾਉਣਗੇ। ਬੜੇ ਤਹਿ ਦਿਲੋਂ ਸ਼ੁਕਰੀਆ ਜੀ ਇੱਥੇ ਪਹੁੰਚਣ ਦਾ। ਤੇ ਜਿੱਥੇ ਇਦਾਂ ਦੇ ਮੌਕੇ ਸਾਰੇ ਪ੍ਰਬੰਧਕ ਕਮੇਟੀ ਦਾ ਵੀ ਬੜਾ ਧੰਨਵਾਦ ਜੀ। ਇਵੇਂ ਤਾਂ ਸਾਰਿਆਂ ਦਾ ਸਹਿਯੋਗ ਰਹੂਗਾ ਤਾਂ ਮੇਲੇ ਹੁੰਦੇ ਰਹਿਣਗੇ। ਫਿਟਨੈਸ ਇੰਟਰਨੈਸ਼ਨਲ ਫੈਡਰੇਸ਼ਨ ਵੱਲੋਂ 27 ਮਾਰਚ ਨੂੰ ਰੈੱਡ ਕਰਾਸ ਭਵਨ ਵਿਖੇ ਬਾਡੀ ਬਿਲਡਿੰਗ ਤੇ ਮੈਨਸ ਫਿਜ਼ਿਕ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ। ਇਸੇ ਸੰਬੰਧੀ ਜਾਣਕਾਰੀ ਦਿੰਦਿਆਂ ਫਿਟਨੈਸ ਇੰਟਰਨੈਸ਼ਨਲ ਫੈਡਰੇਸ਼ਨ ਦੇ ਆਲ ਇੰਡੀਆ ਦੇ ਪ੍ਰਧਾਨ ਤੇ ਏਸ਼ੀਅਨ 골ਡ ਮੈਡਲਿਸਟ ਹਰਮਿੰਦਰ ਸਿੰਘ ਦੁੱਲੋਵਾਲ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ ਵਿੱਚ 400 ਦੇ ਕਰੀਬ ਬਾਡੀ ਬਿਲਡਰ ਭਾਗ ਲੈਣਗੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਵਰੁਣ ਧੀਰ, FIF ਡਿਸਟ੍ਰਿਕਟ ਪ੍ਰੈਜ਼ੀਡੈਂਟ ਜਲੰਧਰ। ਅਸੀਂ 27 ਆਫ ਫੈਬ ਨੂੰ ਇਸ ਸਾਲ ਕੰਪੀਟੀਸ਼ਨ ਕਰਵਾਉਣ ਜਾ ਰਹੇ ਹਾਂ ਰੈੱਡ ਕਰਾਸ ਭਵਨ ਜਲੰਧਰ ਦੇ ਵਿੱਚ, ਜਿਹਦਾ ਨਾਮ ਬੁਲਸ ਕਲਾਸਿਕ ਹੈ। ਤੇ ਇਹਦੇ ਵਿੱਚ ਓਪਨ ਬਾਡੀ ਬਿਲਡਿੰਗ ਯਾਨੀ ਕਿ ਓਪਨ ਮੈਨਸ ਫਿਜ਼ੀਕ, ਓਪਨ ਪੰਜਾਬ, ਮਿਸਟਰ ਪੰਜਾਬ ਐਂਡ ਮਿਸਟਰ ਬੁਲਸ ਕਲਾਸਿਕ, ਇਹ ਦੋ ਮੇਨ ਟਾਈਟਲਸ ਨੇ। ਇਹਦੇ ਵਿੱਚ ਆਲ ਓਵਰ ਇੰਡੀਆ, ਆਲ ਓਵਰ ਨਾਰਥ ਇੰਡੀਆ ਤੋਂ ਲੋਕੀ ਪਾਰਟੀਸਿਪੇਟ ਕਰ ਸਕਦੇ ਨੇ, ਐਥਲੀਟਸ ਪਾਰਟੀਸਿਪੇਟ ਕਰ ਸਕਦੇ ਨੇ। ਅਤੇ ਸਭ ਤੋਂ ਜਿਹੜੀ ਇਹਦੇ ਵਿੱਚ ਮੇਨ ਚੀਜ਼ ਇਹ ਆ, ਅਸੀਂ ਟੌਪ 5 ਐਥਲੀਟਸ ਨੂੰ ਸਿਲੈਕਟ ਕਰਾਂਗੇ। ਅਤੇ ਵਰਲਡ ਲੈਵਲ ਦੇ ਲਈ ਜਿਹੜੀ ਟੀਮ ਸਾਡੀ ਸਿਲੈਕਟ ਹੋਏਗੀ ਉਹਦੇ ਵਿੱਚ ਵੀ ਬੁਲਸ ਕਲਾਸਿਕ ਦੇ ਵਿੱਚ ਹੀ ਐਥਲੀਟਸ ਸਿਲੈਕਟ ਕੀਤੇ ਜਾਣਗੇ। 3 ਅਪ੍ਰੈਲ ਨੂੰ ਸਾਡਾ ਵਰਲਡ ਟੀਮ ਜਿਹੜੀ ਆ, ਸਾਡਾ ਵਰਲਡ ਲੈਵਲ ਦਾ ਕੰਪੀਟੀਸ਼ਨ ਹੈਗਾ ਆ ਸਿੰਗਾਪੁਰ ਦੇ ਵਿੱਚ। ਉੱਥੇ ਸਾਡੀ ਟੀਮ ਜਿਹੜੀ ਆ ਇੱਥੋਂ ਸਿਲੈਕਟ ਕੀਤੇ ਹੋਏ ਐਥਲੀਟਸ ਜਿਹੜੇ ਉੱਥੇ ਜਾਣਗੇ। ਫਿਜ਼ੀਕਲ ਚੈਲੰਜ ਦੇ ਲਈ ਅਸੀਂ ਇਹਦੇ ਵਿੱਚ ਕੋਈ ਖਾਸ ਕੈਟਾਗਰੀ ਨਹੀਂ ਰੱਖੀ, ਬਟ ਇਹਦੇ ਵਿੱਚ ਇਹ ਆ ਕਿ ਜਿਹੜੇ ਵੀ ਫਿਜ਼ੀਕਲ ਚੈਲੰਜ ਦੇ ਲਈ ਅਸੀਂ FIF ਦੀ ਟੀਮ, ਜਿੱਦਾਂ ਅਸੀਂ ਪਹਿਲਾਂ ਵੀ ਕਿਹਾ ਕਿ ਬਾਹਰ ਜਾਏਗੀ ਖੇਲਣ ਦੇ ਲਈ, ਉਹਦੀ ਜਿਹੜੀ ਸਿਲੈਕਸ਼ਨ ਹੋਏਗੀ ਦੈਟ ਵਿਲ ਬੀ ਮਤਲਬ ਕਿ ਉਹ ਕਿਸੇ ਇਹ ਦੇਖ ਕੇ ਨਹੀਂ ਸਿਲੈਕਟ ਕੀਤਾ ਜਾਏਗਾ ਕਿ ਉਹ ਫਿਜ਼ੀਕਲੀ ਚੈਲੰਜ ਹੈ। ਉਹਦੇ ਲਈ ਪ੍ਰੋਪਰ ਉਹਦੀ ਮਤਲਬ ਫਿਜ਼ੀਕ ਦੇਖ ਕੇ ਹੀ ਉਹ ਸਿਲੈਕਟ ਕੀਤਾ ਜਾਏਗਾ, ਕਿਉਂਕਿ ਫਿਜ਼ੀਕਲ ਚੈਲੰਜ ਦੇ ਵਿੱਚ ਵੀ 3 ਜਾਂ 4 ਜਾਂ 5 ਐਥਲੀਟਸ ਆਉਂਦੇ ਆ, ਉਹਨਾਂ ਵਿੱਚੋਂ ਜਿਹੜਾ ਬੈਸਟ ਹੋਏਗਾ ਉਹੀ ਉਹਦੇ ਲਈ ਸਿਲੈਕਟ ਕੀਤਾ ਜਾਏਗਾ। ਜਿੱਥੇ ਇੱਕ ਪਾਸੇ ਯੂਕਰੇਨ ਅਤੇ ਰੂਸ ਦੀ ਜੰਗ ਸ਼ੁਰੂ ਹੋ ਚੁੱਕੀ ਹੈ, ਉੱਥੇ ਹੁਣ ਯੂਕਰੇਨ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਦੇ ਮਾਪਿਆਂ ਅਤੇ ਉਹਨਾਂ ਦੀ ਸੁਰੱਖਿਆ ਅਤੇ ਭਾਰਤੀ ਵਾਪਸ ਨੂੰ ਲੈ ਕੇ ਚਿੰਤਿਤ ਹਨ। ਯੂਕਰੇਨ ਵਿੱਚ ਪੜ੍ਹਾਈ ਦੇ ਲਈ ਗਏ ਗੁਰਦਾਸਪੁਰ ਦੇ ਵਾਸੁਦੇਵ ਸ਼ਰਮਾ ਨੇ ਜਿੱਥੇ ਲਾਈਵ ਹੋ ਕੇ ਉੱਥੋਂ ਦੀ ਤਾਜ਼ਾ ਸਥਿਤੀ ਬਾਰੇ ਜਾਣੂ ਕਰਵਾਇਆ ਤੇ ਦੱਸਿਆ ਕਿ ਵਿਦਿਆਰਥੀ ਬੰਕਰਾਂ ਵਿੱਚ ਇਕੱਠੇ ਹੋ ਰਹੇ ਹਨ, ਪਰ ਹਜੇ ਤੱਕ ਭਾਰਤੀ ਦੂਤਾਵਾਸ ਵੱਲੋਂ ਉਹਨਾਂ ਲਈ ਕੋਈ ਸਹਾਇਤਾ ਨਹੀਂ ਭੇਜੀ ਗਈ। ਉਹ ਭੁੱਖੇ ਭਾਣੇ ਦਿਨ ਗੁਜ਼ਾਰ ਰਹੇ ਹਨ ਅਤੇ ਇਸੀ ਉਡੀਕ ਵਿੱਚ ਹਨ ਕਿ ਕਦੋਂ ਭਾਰਤੀ ਦੂਤਾਵਾਸ ਵੱਲੋਂ ਉਹਨਾਂ ਨੂੰ ਵਾਪਸ ਭੇਜਣ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਮੇਰਾ ਡਾਕਟਰ ਨੀਤੂ ਸ਼ਰਮਾ। ਕੀ ਨਾਮ ਹੈ ਬੱਚੇ ਦਾ ਤੇ ਹੁਣ ਗੱਲਬਾਤ ਹੋਈ ਹੈ ਬੱਚੇ ਨਾਲ, ਬੱਚਾ ਕੀ ਕਹਿ ਰਿਹਾ ਸਰ? ਬੇਟਾ ਡਾਕਟਰ ਵਸੁਦੇਵ ਸ਼ਰਮਾ, ਉਹਦੇ ਮੇਰੇ ਨਾਲ ਅੱਜ 3-4 ਵਾਰੀ ਗੱਲ ਹੋਈ ਹੈ। ਉਹ ਇਹੀ ਅਪੀਲ ਕਰਨਾ ਚਾਹੁੰਦੇ ਕਿ ਸਾਰੇ ਬੱਚਿਆਂ ਨੂੰ ਇੱਕੋ ਵਾਰੀ ਕੱਢਿਆ ਜਾਏ, ਰੈਸਕਿਊ ਆਪਰੇਸ਼ਨ ਕੀਤਾ ਜਾਏ, ਬੱਚਿਆਂ ਨੂੰ ਖਾਣਾ ਪੀਣਾ ਪ੍ਰੋਵਾਈਡ ਕੀਤਾ ਜਾਏ ਤੇ ਉਹਨਾਂ ਦੀ ਸੇਫਟੀ ਕੀਤੀ ਜਾਏ। ਕੀ ਹਾਲਾਤ ਕੀ ਨੇ ਤੁਹਾਡੇ, ਕਿੱਥੇ ਰਹਿ ਰਹੇ ਸਰ? ਉੱਥੇ ਬੰਬਾਰਮੈਂਟ ਹੋ ਰਹੀ ਹੈ। ਹੋਸਟਲ ਦੇ ਨੀਚੇ ਬੰਕਰ ਬਣਿਆ ਹੋਇਆ ਹੈ, ਐਡੂਕੇਟੀ ਓਵਰਸੀਜ਼ ਦਾ ਹੋਸਟਲ ਹੈਗਾ ਯੂਨੀਵਰਸਿਟੀ ਦਾ, ਤੇ ਉੱਥੇ ਰਹਿ ਰਹੇ ਬੱਚੇ, ਬੰਕਰ 'ਚ ਸਾਰੇ ਬੱਚੇ ਇਸ ਵਕਤ। ਅਰਾਊਂਡ 250-300 ਬੱਚਾ। हाँ जी।
ਗੱਲ ਕੀਤੀ ਵੀ ਕਿ ਭਾਰਤ ਸਰਕਾਰ ਦਾ ਕੋਈ ਨੁਮਾਇੰਦਾ ਉਹਨਾਂ ਤੱਕ ਪਹੁੰਚਿਆ ਹੋਵੇ ਨਹੀਂ ਸਰ, ਨਹੀਂ ਸਰ, ਕੋਈ ਵੀ ਹਜੇ ਤੱਕ ਕੋਈ ਇਦਾਂ ਦਾ ਨਹੀਂ ਆਇਆ, ਉਹਨਾਂ ਨੂੰ ਅਪਰੋਚ ਨਹੀਂ ਆਈ। ਮੈਂ ਇਹੀ ਮੰਗ ਕਰਾਂਗੀ ਕਿ ਬੱਚਿਆਂ ਨੂੰ, ਸਾਰੇ ਬੱਚਿਆਂ ਨੂੰ, ਜਿੰਨੇ ਵੀ ਬੱਚੇ ਉੱਥੇ ਫਸੇ ਪਏ ਆ, ਚਾਹੇ ਉਹ ਕੀਵ ਹੈ, ਚਾਹੇ ਉਹ ਬੋਗਮਲੈਟ ਹੈ, ਚਾਹੇ ਉਹ ਅਡੈਸਾ ਯੂਨੀਵਰਸਿਟੀ ਹੈ, ਚਾਹੇ ਉਹ ਖਾਰਕਿਵ ਨੈਸ਼ਨਲ ਮੈਡੀਕਲ ਯੂਨੀਵਰਸਿਟੀ ਹੈ, ਇਹਨਾਂ ਸਾਰਿਆਂ ਚੋਂ ਸਾਰੇ ਬੱਚਿਆਂ ਨੂੰ ਉੱਥੋਂ ਸੇਫਲੀ ਇੰਡੀਆ ਪਹੁੰਚਾਇਆ ਜਾਏ। ਕੋ ਮੇਰਾ ਬੇਟਾ MBBS ਕਰਨ ਵਾਸਤੇ 2017 ਦੇ ਵਿੱਚ ਯੂਕਰੇਨ ਗਿਆ ਸੀਗਾ ਔਰ ਹੁਣ ਉਹ 5th ਈਅਰ ਦੇ ਵਿੱਚ ਉੱਥੇ ਸਟੱਡੀ ਕਰ ਰਿਹਾ ਹੈਗਾ ਔਰ ਇਸ ਟਾਈਮ ਜਿਹੜੇ ਹਾਲਾਤ ਹੈਗੇ ਆ ਕਿਉਂਕਿ ਰਸ਼ੀਆ ਨੇ ਜਿਹੜਾ ਹੈਗਾ ਉਹ ਅਟੈਕ ਕਰਤਾ, ਇਹਨਾਂ ਦੋਵਾਂ ਦਾ ਕੰਟਰੀਆਂ ਦਾ ਆਪਸੀ ਮਸਲਾ ਹੈਗਾ, ਬਟ ਜਿਹੜੇ ਸਾਡੇ ਬੱਚੇ ਆ ਉਹ ਇਸ ਟਾਈਮ ਉੱਥੇ ਫਸੇ ਹੋਏ ਨੇ, ਬਾਹਰ ਨਿਕਲਣ ਦਾ ਕੋਈ ਰਸਤਾ ਨਹੀਂ ਕਿਉਂਕਿ ਅੱਜ ਹੀ ਰਸ਼ੀਆ ਨੇ, ਕੱਲ੍ਹ ਰਾਤ ਰਸ਼ੀਆ ਨੇ ਉੱਥੇ ਹਮਲਾ ਕੀਤਾ ਸੀਗਾ ਔਰ ਉਹਦੇ ਕਰਕੇ 에ਅਰ ਬੇਸ ਜਿਹੜੇ ਉਹ ਪਤਾ ਲੱਗਿਆ ਵੀ ਉੱਥੇ ਖਤਮ ਮਤਲਬ ਤਬਾਹ ਕਰਤੇ ਨੇ ਔਰ ਰਸ਼ੀਆ ਦੀ ਜਿਹੜੀ ਫੋਰਸਾਂ ਹੈਗੀਆਂ ਉਹ ਐਂਟਰ ਕਰ ਚੁੱਕੀਆਂ ਨੇ ਔਰ ਸਾਡੇ ਬੱਚੇ ਜਿਹੜੇ ਹੈਗੇ ਨੇ ਉਹ ਇਸ ਟਾਈਮ ਜਿਹੜੇ ਖਾਰਕਿਵ ਨੈਸ਼ਨਲ ਮੈਡੀਕਲ ਯੂਨੀਵਰਸਿਟੀ ਦਾ ਜਿਹੜਾ ਹੋਸਟਲ ਹੈ ਉਹਦੇ ਬੰਕਰ ਦੇ ਵਿੱਚ ਹੈਗੇ ਨੇ ਔਰ ਦੇਖੋ ਸਭ ਤੋਂ ਵੱਡੀ ਗੱਲ ਇਹ ਹੈ ਕਿ ਆਪਾਂ ਇੰਨੇ ਟੈਕਸਿਸ ਪੇ ਕਰ ਰਹੇ ਹਾਂ ਸੈਂਟਰ ਗਵਰਨਮੈਂਟ ਨੂੰ ਔਰ ਸਥਾਨਕ ਸਰਕਾਰਾਂ ਨੂੰ, ਬਟ ਇੱਕ ਗੱਲ ਕਰੀਏ ਹਰ ਪਾਸੋਂ ਸਾਨੂੰ ਧੱਕਾ ਵੱਜਣ ਦੇ ਨੇ। ਜੇ ਮੰਨ ਲਓ ਐਜੂਕੇਸ਼ਨ ਦੀ ਗੱਲ ਕਰੀਏ ਤੇ ਉਹ ਵੀ ਇੱਥੇ ਇੰਨੀ ਮਹਿੰਗੀ ਹੈਗੀ ਹੈ, ਜੇ ਅਸੀਂ ਆਪਣੇ ਤੌਰ ਤੇ ਜਾ ਕੇ ਬਾਹਰ ਕਰਦੇ ਹੈਗੇ ਹਾਂ ਤੇ ਤਾਂ ਵੀ ਸਾਨੂੰ ਮੰਨ ਲਓ ਅੱਜ ਸਾਡੀ ਮੁਸ਼ਕਲ ਦੀ ਘੜੀ ਆ ਗਈ ਹੈ ਤੇ ਉਹਦੇ 'ਚ ਵੀ ਸਾਡੀ ਸਰਕਾਰ ਕੋਈ ਮਦਦ ਕਰਨ ਨੂੰ ਤਿਆਰ ਨਹੀਂ ਹੈਗੀ। ਬੱਚਿਆਂ ਦੇ ਮਾਈਂਡ 'ਤੇ ਉਹ ਵੀ, ਫਿਰ ਦੂਸਰਾ ਕਲਾਸਾਂ ਜਿਹੜੀਆਂ ਆਫਲਾਈਨ ਤੋਂ ਆਨਲਾਈਨ ਹੋਣੀਆਂ ਚਾਹੀਦੀਆਂ ਉਹ ਆਫਲਾਈਨ ਹੈ, ਅੱਜ ਹਮਲਾ ਹੋ ਗਿਆ ਤਾਂ ਅੱਜ ਆਨਲਾਈਨ ਕਰਤੀਆਂ ਔਰ ਅੰਬੈਸੀ ਦੀ ਗਲਤੀ ਕਰਕੇ, ਕਿਉਂਕਿ ਅੰਬੈਸੀ ਨੇ ਮਿਨਿਸਟਰੀ ਆਫ ਜਿਹੜੀ ਯੂਕਰੇਨ ਆ ਉਹਦੇ ਨਾਲ ਸੰਪਰਕ ਹੀ ਨਹੀਂ ਕੀਤਾ। ਅੱਜ ਜੇਕਰ ਉਹਨਾਂ 'ਤੇ ਦਬਾਅ ਪਾਇਆ ਜੇ ਉਹਨਾਂ ਨੇ ਆਨਲਾਈਨ ਕਰਤੀਆਂ, ਅੱਜ ਵੀ ਅੱਗੇ ਇੱਕ ਮੈਸੇਜ ਕਰਦੇ ਅੱਜ 3 ਐਡਵਾਈਜ਼ਰੀ ਜਾਰੀ ਕਰਤੀਆਂ ਲਗਾਤਾਰ, ਬੱਚਿਆਂ ਨੂੰ ਇਕੱਠੇ ਇੱਕ ਜਗ੍ਹਾ ਇਕੱਠੇ ਹੋ ਜਾਵੇ, ਕਿੱਦਾਂ ਇਕੱਠੇ ਹੋ ਜਾਵੇ, ਟਰਾਂਸਪੋਰਟੇਸ਼ਨ ਬੰਦ ਹੈ। ਹੁਣ ਬੱਚੇ ਨਾਲ ਗੱਲ ਹੋਈ ਤਾਂ ਕੀ ਕਹਿੰਦੇ ਬੱਚਾ, ਕੀ ਹਾਲਾਤ? ਬੱਚਾ ਤੇ ਦੱਸ ਰਿਹਾ ਕਿ ਅਜੇ ਬੰਬਾਰੀ ਹੋ ਰਹੀ ਹੈ ਉੱਥੇ ਲਾਗੇ ਛਾਗੇ ਦੇ ਏਰੀਏ ਦੇ ਵਿੱਚ। ਫਿਲਹਾਲ ਬੱਚਿਆਂ ਨੂੰ ਇਹਨਾਂ ਨੇ ਐਡੂਪੀਡੀਆ ਓਵਰਸੀਜ਼ ਤੇ ਬੌਬ ਟ੍ਰੇਡਰਸ ਵਾਲਿਆਂ ਨੇ ਆਪਣੇ ਜਿਹੜੇ ਹੋਸਟਲ ਉਹਨਾਂ ਦੇ ਬੰਕਰਾਂ 'ਚ ਪਹੁੰਚਾਤਾ ਹੈਗਾ ਤੇ ਖਾਣ ਪੀਣ ਦਾ ਸਰ ਅਜੇ ਕੁਝ ਨਹੀਂ ਹੈਗਾ ਕਿਉਂਕਿ ਬਿਸਕਿਟ ਵਗੈਰਾ ਤੇ ਜੋ ਇਹਨਾਂ ਨੇ ਆਪਣੇ ਕੋਲੋਂ ਪਰਚੇਜ਼ ਕੀਤਾ ਬੱਚਿਆਂ ਨੇ ਤੇ ਜਾਂ ਇਹਨਾਂ ਨੇ ਡਾਕਟਰ ਸੰਧੂ ਨੇ ਪ੍ਰਪੇਅਰ ਕਰਾ ਕੇ ਦਿੱਤਾ ਥੋੜ੍ਹਾ ਬਹੁਤਾ, ਉਹੀ ਉਹ ਹਜੇ ਖਾ ਰਹੇ ਨੇ ਕਿਉਂਕਿ ਉਹਨਾਂ ਦਾ ਹਜੇ ਇਹਨਾਂ ਦਾ ਧਿਆਨ ਸਿਰਫ ਨਾ 70 ਬੱਚੇ ਜਿਹੜੇ ਕੀਵ 'ਚ ਫਸੇ ਨੇ ਉਹਨਾਂ ਵੱਲ ਲੱਗਾ ਹੋਇਆ ਕਿ ਉਹਨਾਂ ਨੂੰ ਰੈਸਕਿਊ ਕੀਤਾ ਜਾਵੇ। ਭਾਰਤੀ ਐਮਬੈਸੀ ਨੇ ਕੋਈ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਬੱਚੇ ਤੱਕ? ਜੀ ਨਹੀਂ, ਕੋਈ ਨਹੀਂ ਕੀਤੀ ਅਜੇ ਤੱਕ, ਨਾ ਹੀ ਸਾਨੂੰ ਸਾਡੇ ਬੇਟੇ ਨੇ ਇਸ ਬਾਰੇ ਕੋਈ ਦੱਸਿਆ ਅਜੇ ਤੱਕ। ਤੇ ਸਾਡੀ ਮੰਗ ਹੈਗੀ ਹੈ ਕਿ ਦੇਖੋ ਬਾਕੀ ਕੰਟਰੀਜ਼ ਜਿਹੜੇ ਹੈਗੇ ਉਹਨਾਂ ਨੇ ਆਪਣੇ ਜਿਹੜੇ ਨਾਗਰਿਕ ਹੈਗੇ ਉਹਨਾਂ ਨੂੰ ਫ੍ਰੀ ਆਫ ਕਾਸਟ ਉੱਥੋਂ ਕੱਢਿਆ ਹੈਗਾ ਔਰ ਅਸੀਂ ਜੇਕਰ ਇੰਨਾ ਸਭ ਕੁਝ ਆਪਣੇ ਦੇਸ਼ ਵਾਸਤੇ ਕਰਦੇ ਹੈਗੇ, ਟੈਕਸ ਪੇ ਕਰਦੇ ਪਿਆ, ਤੇ ਸਾਡੀ ਸਰਕਾਰ ਦਾ ਵੀ ਫਰਜ਼ ਬਣਦਾ ਕਿ ਉਹਨਾਂ ਨੂੰ ਵਿਦਆਊਟ ਐਨੀ ਕੋਸਟ ਇੱਥੇ ਲਿਆਂਦਾ ਜਾਵੇ ਔਰ ਸਾਡੀ ਜਿਹੜੇ ਬੱਚਿਆਂ ਦੀ ਸੁਰੱਖਿਆ ਜਿਹੜੀ ਕੀਤੀ ਜਾਵੇ। ਯੂਕਰੇਨ ਵਿੱਚ ਫਸੇ ਬੱਚਿਆਂ ਨੂੰ ਲੈ ਕੇ ਪਰਿਵਾਰ ਵਾਲਿਆਂ ਦੀ ਚਿੰਤਾ ਵਧਦੀ ਜਾ ਰਹੀ ਹੈ ਤੇ ਬੱਚੇ ਵੀਡੀਓ ਕਾਲ ਰਾਹੀਂ ਯੂਕਰੇਨ ਦੇ ਤਾਜ਼ਾ ਹਾਲਾਤਾਂ ਬਾਰੇ ਆਪਣੇ ਮਾਪਿਆਂ ਨੂੰ ਜਾਣੂ ਕਰਵਾ ਰਹੇ ਹਨ। ਪਠਾਨਕੋਟ ਦੇ ਕੁਝ ਬੱਚੇ ਵੀ ਯੂਕਰੇਨ ਵਿੱਚ ਫਸੇ ਹੋਏ ਹਨ ਤੇ ਮਾਪਿਆਂ ਨੇ ਭਾਰਤ ਸਰਕਾਰ ਕੋਲ ਗੁਹਾਰ ਲਗਾਈ ਹੈ ਕਿ ਉਹਨਾਂ ਦੇ ਬੱਚਿਆਂ ਨੂੰ ਸਹੀ ਸਲਾਮਤ ਭਾਰਤ ਲਿਆਂਦਾ ਜਾਵੇ। ਹਾਂਜੀ, ਮੇਰਾ ਨਾਮ ਰੇਖਾ ਹੈ, ਮੈਂ ਪਠਾਨਕੋਟ ਤੋਂ ਹਾਂ। ਮੇਰੀ ਬੇਟੀ ਦਾ ਨਾਮ ਆਕਾਂਸ਼ਾ ਜਾਨੀ ਹੈ ਤੇ ਉਹਨਾਂ ਨੂੰ 5 ਦਸੰਬਰ ਨੂੰ ਮੇਰੀ ਬੇਟੀ ਗਈ ਸੀ ਯੂਕਰੇਨ, ਖਾਰਕਿਵ ਮੈਡੀਕਲ ਯੂਨੀਵਰਸਿਟੀ ਹੈ ਤੇ ਉਹ MBBS ਲਈ ਗਈ ਹੋਈ ਹੈ, ਜਿਹੜਾ ਕਿ ਹਾਲਾਤ ਦੇ 15 ਦਿਨ ਹੋ ਗਿਆ ਇਸ ਹਾਲਾਤ ਨੂੰ, ਲੇਕਿਨ ਉਹਨਾਂ ਬੱਚਿਆਂ ਦੇ ਥੋੜੀ ਫੀਸ ਹੋਣ ਕਰਕੇ ਬੱਚਿਆਂ ਨੂੰ ਮਤਲਬ ਕਿ ਉਹਨਾਂ ਨੇ ਉਹ ਕਾਰਡ ਦੇਣ ਕਰਕੇ ਅਸੀਂ ਬੁਲਾ ਨਹੀਂ ਪਾ ਰਹੇ ਸੀ ਬੱਚਿਆਂ ਨੂੰ, ਉਸ ਕਰਕੇ ਬੱਚੇ ਵਿੱਚ ਫਸ ਗਏ ਨੇ, ਜਿਹਦੇ ਕਰਕੇ ਸਰਕਾਰ ਹਜੇ ਕੁਝ ਨਹੀਂ ਕਰ ਰਹੀ ਹੈ। ਬੱਚੇ ਬੇਸਮੈਂਟ ਦੇ ਵਿੱਚ ਨੇ ਤੇ ਸਾਨੂੰ ਉਹਨਾਂ ਦਾ ਕੋਈ ਪਤਾ ਨਹੀਂ ਚੱਲ ਰਿਹਾ। ਬੱਚਿਆਂ ਨੂੰ ਉੱਥੇ ਪਾਣੀ ਦੀ ਜੋ ਸੁਵਿਧਾ ਆ ਉਹ ਨਹੀਂ ਹੋ ਰਹੀ ਹੈ ਪ੍ਰੋਪਰ ਪੂਰੀ, ਇਹਦੇ ਕਰਕੇ ਅਸੀਂ ਇਹੀ ਕਹਿੰਦੇ ਹਾਂ ਸਰਕਾਰ ਨੂੰ ਕਿ ਬੱਚਿਆਂ ਲਈ ਕੁਝ ਕੀਤਾ ਜਾਏ। ਕਿੱਥੇ ਇਸ ਵੇਲੇ ਬੱਚੇ ਜਿਹੜੇ ਆ ਬੇਸਮੈਂਟ ਦੇ ਵਿੱਚ? ਉਹ ਹੋਸਟਲ ਦੇ ਬੇਸਮੈਂਟ ਦੇ ਵਿੱਚ ਆ ਬੱਚੇ, ਜਿਹੜੀ ਕਿ ਜਗ੍ਹਾ ਉੱਥੇ ਬਹੁਤ ਥੋੜੀ ਹੈ ਤੇ ਉੱਤੇ ਬੱਚੇ ਮਤਲਬ ਕਾਫੀ ਨੇ ਉੱਥੇ। ਉਹਨਾਂ ਨੇ ਦੱਸਿਆ ਕਿੰਨੇ ਬੱਚੇ ਕਿੰਨੇ ਬੇਸਮੈਂਟ? ਨਹੀਂ, ਅਜੇ ਸਾਨੂੰ ਕੁਝ ਨਹੀਂ ਪਤਾ ਜੀ ਵੀ ਕਿੰਨੇ ਬੱਚੇ ਨੇ ਉੱਥੇ। ਅਜੇ ਸਿਰਫ ਬੱਚਿਆਂ ਨੇ ਇੰਨਾ ਦੱਸਿਆ ਕਿ ਸਾਨੂੰ ਉਹਨਾਂ ਨੇ ਮਤਲਬ ਕਿ ਹੋਸਟਲ ਦਾ ਜਿਹੜਾ ਉੱਥੇ ਬੇਸਮੈਂਟ ਆ ਉੱਥੇ ਬੈਠਣ ਦੀ ਵੀ ਥੋੜੀ ਮੁਸ਼ਕਿਲ ਆ ਬੱਚਿਆਂ ਨੂੰ। ਕੀ ਮੰਗ ਕਰਨਾ ਚਾਹੁੰਦੇ ਸਰਕਾਰ? ਤੇ ਅਸੀਂ ਇਹ ਮੰਗ ਕਰਨਾ ਚਾਹੁੰਦੇ ਹਾਂ ਕਿ ਸਾਡੀ ਬੱਚਿਆਂ ਨੂੰ ਛੇਤੀ ਤੋਂ ਛੇਤੀ ਉੱਥੋਂ ਇੰਡੀਆ ਪਹੁੰਚਾਇਆ ਜਾਏ, ਕਿ ਸਰਕਾਰ ਅੱਗੇ ਇਹੀ ਸਾਡੀ ਗੁਜ਼ਾਰਿਸ਼ ਹੈ, ਸਾਡੇ ਬੱਚੇ ਸਹੀ ਸਲਾਮਤ ਘਰ ਪਹੁੰਚਣੇ ਚਾਹੀਦੇ ਨੇ, ਜਿੰਨੀ ਹੋ ਸਕੇ ਸਾਡੀ ਮਦਦ ਕਰੋ बस। मैं पठानकोट से बोल रहा हूँ। हमारी बेटी जो है साक्षी शर्मा 5 दिसंबर को गई थी यूक्रेन में, खार्किव में। तो क्या अभी क्या सिचुएशन क्या है, क्या हालात क्या हैं वहाँ? अभी वो उड़ानें वगैरह सब बंद हो चुकी हैं, तो यही सरकार से मोदी साहब से रिक्वेस्ट करते हैं कि उन्हें वापस मंगवाया जाए।
ਦੇਖੋ ਨੌਜਵਾਨ ਦਾ ਜਜ਼ਬਾ ਕੱਟੇ ਹੋਏ ਹੱਥਾਂ ਨਾਲ ਬੁਲਟ ਮੋਟਰਸਾਈਕਲ ਚਲਾ ਕੇ ਦੀਪ ਸਿੱਧੂ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਲਈ ਸੁਲਤਾਨਪੁਰ ਲੋਧੀ ਤੋਂ ਸ਼੍ਰੀ ਫਤਿਹਗੜ੍ਹ ਸਾਹਿਬ ਇਹ ਨੌਜਵਾਨ ਪਹੁੰਚਿਆ। ਇਸ ਨੌਜਵਾਨ ਦਾ ਨਾਮ ਕੁਲਵਿੰਦਰ ਸਿੰਘ ਹੈ। ਕੁਲਵਿੰਦਰ ਸਿੰਘ ਨੇ ਦੱਸਿਆ ਹੈ ਕਿ ਇਹਦੀ 15-16 ਸਾਲ ਦੀ ਉਮਰ ਵਿੱਚ ਟੋਕੇ ਵਾਲੀ ਮਸ਼ੀਨ ਵਿੱਚ ਹੱਥ ਆਉਣ ਕਾਰਨ ਉਸਦੇ ਦੋਵੇਂ ਹੱਥ ਕੱਟੇ ਗਏ ਸਨ, ਪਰ ਉਸਨੇ ਜ਼ਿੰਦਗੀ ਤੋਂ ਕਦੇ ਹਾਰ ਨਹੀਂ ਮੰਨੀ। ਉਹ ਹਰ ਕੰਮ ਕਰ ਸਕਦਾ ਹੈ ਜੋ ਕਿ ਇੱਕ ਸਹੀ ਸਲਾਮਤ ਬੰਦਾ ਕਰ ਸਕਦਾ ਹੈ। ਬੁਲਟ ਮੋਟਰਸਾਈਕਲ ਤੋਂ ਲੈ ਕੇ ਉਹ ਸਕੂਟਰ, ਕਾਰ, ਕੰਬਾਈਨ, ਟਰੈਕਟਰ ਵਾਹੀ ਤੱਕ ਆਪ ਹੀ ਕਰਦਾ ਹੈ। ਦੇਖੋ ਖੰਨਾ ਤੋਂ ਸਾਡੇ ਪੱਤਰਕਾਰ ਲਖਵਿੰਦਰ ਲੱਖੀ ਦੀ ਖਾਸ ਰਿਪੋਰਟ। ਕੁਲਵਿੰਦਰ ਜੀ, ਕੱਲ ਆਪਣੀ ਥੋੜੀ ਬਹੁਤ ਗੱਲਬਾਤ ਹੋਈ ਸੀ। ਕੱਲ ਤੁਸੀਂ ਵੀ ਜਲਦੀ ਸੀ, ਬਾਈ ਦੀਪ ਸਿੱਧੂ ਹੋਣਾ ਦੀ ਸ਼ਰਧਾਂਜਲੀ ਸਮਾਗਮ ਸੀ, ਅੰਤਿਮ ਅਰਦਾਸ ਸੀਗੀ, ਤੁਸੀਂ ਉੱਥੇ ਸ਼ਾਮਲ ਹੋਣ ਜਾਣਾ ਸੀਗਾ ਕਿਉਂਕਿ ਅਸੀਂ ਨਹੀਂ ਚਾਹੁੰਦੇ ਸੀ ਕਿ ਤੁਸੀਂ ਲੇਟ ਹੋ, ਇਸ ਲਈ ਅਸੀਂ ਜਿਹੜਾ ਹੈਗਾ ਅੱਜ ਦਾ ਸਮਾਂ ਮੰਗਿਆ। ਤੇ ਤੁਹਾਡੇ ਜਿਹੜੀ ਦੋਨੇ ਬਾਹਾਂ ਨੇ ਕਿੱਦਾਂ ਇਹ ਜਿਹੜੇ ਹੈਗੇ ਹਾਦਸੇ ਦੇ ਵਿੱਚ ਜਿਹੜੀਆਂ ਚਲੇ ਗਈਆਂ ਕਿ ਬਚਪਨ ਤੋਂ ਇਸ ਤਰ੍ਹਾਂ ਸੀਗੀਆਂ? ਨਹੀਂ, ਇਹ ਮੈਂ ਛੋਟਾ ਜਿਹਾ ਹੁੰਦਾ ਸੀ, 7ਵੀਂ ਕਲਾਸ 'ਚ ਪੜ੍ਹਦਾ, ਉਦੋਂ ਪੱਠਿਆਂ ਵਾਲੀ ਮਸ਼ੀਨ 'ਚ ਆ ਗਈਆਂ ਸੀ। ਜਿਹੜੀ ਚਾਰਾ ਕੁੱਤਣ ਵਾਲੀ ਮਸ਼ੀਨ ਨਹੀਂ ਹੁੰਦੀ, ਉਹਦੇ ਵਿੱਚ ਆਈਆਂ ਸੀ। ਅੱਛਾ, ਹਾਂਜੀ। ਤੇ ਕਿੰਨੀ ਕੁ ਫਿਰ ਜ਼ਿੰਦਗੀ 'ਚ ਮੁਸ਼ਕਲ ਆਈ ਹੈ? ਜਿਹੜੇ ਕੰਮ ਹੁੰਦੇ ਨੇ ਬੜੀ ਦਿੱਕਤ ਆਉਂਦੀ ਹੋਣੀ ਉਹਦੇ ਨਾਲ? ਫਿਰ ਨਹੀਂ, ਦਿੱਕਤ ਕੋਈ ਨਹੀਂ, ਜਿੰਨਾ ਚੱਕਰ ਪਹਿਲਾਂ ਜਾਣੀ ਕਿ ਜ਼ਖਮ ਉਹਨਾਂ ਕੁ ਚੱਕਰ ਹੀ ਆਈ ਆ, ਮੁੜ ਕੇ ਤਾਂ ਕੋਈ ਦਿੱਕਤ ਨਹੀਂ। ਹੌਲੀ ਹੌਲੀ ਪਹਿਲਾਂ ਸਾਲ ਖੰਡ ਕੋਈ ਆਈ ਹੋਊਗੀ, ਕੋਈ ਕੰਮ ਨਹੀਂ ਹੋਇਆ। ਹੌਲੀ ਹੌਲੀ ਹੁਣ ਤਾਂ ਰੂਟੀਨ 'ਚ ਹਰ ਇੱਕ ਕੰਮ ਕਰ ਹੀ ਲਈਦਾ ਜੀ। ਕੱਲ ਅਸੀਂ ਦੇਖਿਆ ਸੀ, ਕੱਲ ਤੁਸੀਂ ਬੁਲਟ ਵੀ ਬੜੀ ਖੂਬਸੂਰਤੀ ਨਾਲ ਚਲਾ ਰਹੇ ਸੀ, ਅੱਜ ਵੀ ਆਪਾਂ ਤੁਹਾਨੂੰ ਦੇਖਿਆ ਬੁਲਟ ਬੜੀ ਖੂਬਸੂਰਤੀ ਨਾਲ ਤੁਸੀਂ ਚਲਾ ਰਹੇ ਹੋ। ਤੇ ਕਿੰਨਾ ਕੁ ਸਮਾਂ ਤੁਹਾਨੂੰ ਲੱਗਿਆ ਫਿਰ ਇਹਨੂੰ ਜਿਹੜੀ ਹੈਗੀ ਆ ਬੁਲਟ ਸਿੱਖਣ ਨੂੰ? ਹੋਰ ਕਿਹੜੇ ਵਹੀਕਲ ਫਿਰ ਤੁਸੀਂ ਚਲਾ ਲੈਂਦੇ ਹੋ? ਹਰ ਇੱਕ ਵਹੀਕਲ ਹੀ ਚਲਾ ਲਈਦਾ ਜੀ, ਟ੍ਰੇਨ ਔਰ ਪਲੇਨ ਤੋਂ ਛੋਟਾ ਹਰ ਇੱਕ ਵਹੀਕਲ ਚਲਾ ਲਈਦਾ। ਕਿਸੇ ਨੇ ਸਿਖਾਇਆ ਜਾਂ ਫਿਰ ਆਪਣੇ ਆਪੇ ਸਿੱਖ ਕੇ ਤੁਸੀਂ ਮਿਹਨਤ ਕਰਕੇ ਆਪਣੀ? ਨਹੀਂ, ਆਪਣੇ ਆਪ ਹੀ ਸਿੱਖੇ। ਹਾਂਜੀ। ਜਿੱਦਾਂ ਕਿ ਕੁਝ ਲੋਕ ਐਸੇ ਹੁੰਦੇ ਨੇ ਆਪਣੀ ਜ਼ਿੰਦਗੀ ਤੋਂ ਨਿਰਾਸ਼ ਹੋ ਜਾਂਦੇ ਨੇ, ਉਹਨਾਂ ਦੇ ਹੱਥ ਪੈਰ ਵੀ ਸਹੀ ਸਲਾਮਤ ਹੁੰਦੇ ਨੇ, ਪਰ ਵੀਰ ਤੁਹਾਡੇ ਇੱਕ ਹਾਦਸੇ 'ਚ ਤੁਸੀਂ ਦੱਸਿਆ ਕਿ ਹੱਥ ਚਲੇ ਗਏ। ਕਦੀ ਜ਼ਿੰਦਗੀ ਤੋਂ ਨਿਰਾਸ਼ਾ ਹੋਈ ਹੈ ਫਿਰ ਇਸ ਤਰ੍ਹਾਂ? ਪ੍ਰਮਾਤਮਾ ਨਾਲ ਕਦੀ ਕੋਈ ਗਿਲਾ ਸ਼ਿਕਵਾ ਹੋਵੇ? ਨਹੀਂ, ਕਦੇ ਨਹੀਂ ਹੋਇਆ ਜੀ, ਨਾ ਕਦੇ ਨਿਰਾਸ਼ਾ ਹੀ ਹੋਈ ਹੈ। ਪ੍ਰਮਾਤਮਾ ਨੇ ਨਿਰਾਸ਼ਾ ਕੀਤੀ ਨਹੀਂ, ਆਪਾਂ ਨੂੰ ਕਾਹਦਾ ਗਿਲਾ ਸ਼ਿਕਵਾ। ਬਿਕਰਮਜੀਤ ਮਜੀਠੀਆ ਨੂੰ ਝੂਠੇ ਕੇਸ ਵਿੱਚ ਫਸਾ ਕੇ ਅੰਦਰ ਕੀਤਾ ਗਿਆ ਹੈ ਤੇ ਕਹਿਣਾ ਹੈ ਅਕਾਲੀ ਦਲ ਦੇ ਵਰਕਰਾਂ ਦਾ। ਉਹਨਾਂ ਨੇ ਅੱਜ ਰੋਸ ਵਜੋਂ ਕੇਂਦਰੀ ਜੇਲ੍ਹ ਪਟਿਆਲਾ ਦੇ ਬਾਹਰ ਪ੍ਰਦਰਸ਼ਨ ਕੀਤਾ ਤੇ ਬਿਕਰਮਜੀਤ ਮਜੀਠੀਆ ਦੇ ਨਾਅਰੇ ਵੀ ਲਗਾਏ। ਅੱਜ ਬਿਕਰਮਜੀਤ ਮਜੀਠੀਆ ਨੂੰ ਪਟਿਆਲਾ ਦੀ ਜੇਲ੍ਹ ਵਿੱਚ ਲਿਆਂਦਾ ਗਿਆ। ਦੇਖੋ, ਮੈਂ ਦੋ ਨੁਕਤਿਆਂ ਨਾਲ ਗੱਲ ਸਪਸ਼ਟ ਕਰਨੀ ਚਾਹੁੰਦਾ ਕਿ ਸਰਦਾਰ ਬਿਕਰਮ ਸਿੰਘ ਮਜੀਠੀਆ ਅੱਜ ਪੰਜਾਬ ਦਾ ਉਹ ਨਾਮਵਰ ਲੀਡਰ ਹੈ ਕਿ ਜਿਹਨੂੰ ਕੋਈ ਉਹਦੇ ਖਿਲਾਫ ਦਰਜ ਕੀਤਾ ਮਾਮਲਾ। ਮੈਂ ਸਪਸ਼ਟ ਕਰਨਾ ਚਾਹੁੰਦਾ ਕਿ ਸਿੱਖਾਂ ਦੀ, ਪੰਜਾਬੀਆਂ ਦੀ, ਪੰਜਾਬ ਦੀ ਦੁਸ਼ਮਣ 1984 ਦੇ ਵਿੱਚ ਸਿੱਖਾਂ ਦੀ ਕਾਤਲ ਜਮਾਤ ਕਾਂਗਰਸ ਦਾ ਜਿਹੜੀ ਸੋਚ ਰਹੀ ਹੈ ਕਿ ਜਦੋਂ ਵੀ ਕੋਈ ਲੋਕ ਨਾਇਕ ਲੋਕ ਸੰਘਰਸ਼ ਕਰਨ ਲਈ, ਲੋਕਾਂ ਦੇ ਸੰਘਰਸ਼ ਵਾਸਤੇ ਕਿਤੇ ਜ਼ਮੀਨ ਤੇ ਉਤਰਦਾ ਹੈ ਤਾਂ ਕਾਂਗਰਸ ਹਮੇਸ਼ਾ ਦੇ ਝੂਠੇ ਪਰਚੇ ਦਰਜ ਕਰਨ ਨੂੰ ਦਬਣਾ ਚਾਹੁੰਦੀ ਹੈ। ਪਰ ਬਿਕਰਮ ਸਿੰਘ ਮਜੀਠੀਆ ਅੱਜ ਪੰਜਾਬ ਦੀ ਸਿਆਸਤ ਦਾ ਉਹ ਧਰੂਤਾਰਾ ਬਣ ਚੁੱਕਾ ਹੈ ਜਿਹਨੂੰ ਕੋਈ ਵੀ ਝੂਠਾ ਮੁਕੱਦਮਾ, ਕੋਈ ਉਹਦੇ ਖਿਲਾਫ ਸਾਜ਼ਿਸ਼ ਤੇ ਕੋਈ ਪ੍ਰੋਪੇਗੈਂਡਾ ਨੂੰ ਦੱਬ ਨਹੀਂ ਸਕਦਾ। ਇਹ ਜੋ ਪਰਚਾ ਦਰਜ ਕੀਤਾ ਗਿਆ ਚੰਨੀ ਸਰਕਾਰ ਦੀਆਂ ਆਉਂਦੇ 10 ਤਰੀਕ ਨੂੰ ਜਦੋਂ ਉਹਦਾ ਸੂਪੜਾ ਸਾਫ਼ ਹੋਣਾ, ਜ਼ਮਾਨਤਾਂ ਜ਼ਬਤ ਹੋਣੀਆਂ ਨੇ ਕਾਂਗਰਸ ਦੀਆਂ, ਤਾਂ ਉਹਦੇ ਤਬੂਤ 'ਚ ਅਖੀਰਲਾ ਜਿਹੜਾ ਕਿੱਲ ਲੱਗਣਾ ਹੈ ਉਹ ਸਰਦਾਰ ਬਿਕਰਮ ਸਿੰਘ ਮਜੀਠੀਆ ਦੇ ਦਰਜ ਕੀਤਾ ਗਿਆ ਪਰਚਾ, ਉਹਦਾ ਕਿੱਲ ਬਣ ਕੇ ਕਾਂਗਰਸ ਨੂੰ ਜ਼ਮੀਨ 'ਚ ਦਫਨ ਕਰ ਦੇਣਾ ਪੰਜਾਬੀਆਂ ਨੇ। ਕਿਉਂਕਿ ਮੈਂ ਦੱਸਣਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਜਦ ਤੋਂ ਮੈਨੂੰ ਹੋਸ਼ ਆਈ ਹੈ, ਛਾਤਰ ਰਾਜਨੀਤੀ ਤੋਂ ਅਸੀਂ ਉੱਠ ਕੇ ਤੁਰੇ ਹਾਂ, ਪੰਜਾਬੀ ਯੂਨੀਵਰਸਿਟੀ ਤੋਂ। ਮੇਰੇ ਵਰਗੇ ਹਜ਼ਾਰਾਂ ਨੌਜਵਾਨਾਂ ਨੂੰ ਰਾਜ ਪਾਠ ਦੇ ਵਿੱਚ ਭਾਗੀਦਾਰ ਬਣਾਇਆ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਨੇ ਬਣਾਇਆ। ਉਹਦਾ ਮੁੱਲ ਪੰਜਾਬੀਆਂ ਨੇ 10 ਤਰੀਕ ਮਾਰਚ ਨੂੰ ਫਤਵਾ ਦੇ ਕੇ ਅਕਾਲੀ ਬਸਪਾ ਗਠਜੋੜ ਨੂੰ ਵਿਧਾਨ ਸਭਾ 'ਚ ਸਾਬਤ ਕਰ ਦੇਣਾ। ਜਲੰਧਰ ਦੇ ਲਾਂਬੜਾ ਪਿੰਡ ਗੱਦੋਵਾਲ ਵਿਖੇ ਇੱਕੋ ਇਹੋ ਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਦਾਜ ਦੇ ਲਾਲਚੀਆਂ ਨੂੰ ਦਹੇਜ ਨਾ ਮਿਲਣ ਕਾਰਨ ਨਵਵਿਆਹੁਤਾ ਨੂੰ ਵਿਆਹ ਦੇ 3 ਦਿਨ ਬਾਅਦ ਹੀ ਉਸਦੇ ਪੇਕੇ ਘਰੋਂ ਬਾਹਰ ਕੱਢ ਦਿੱਤਾ ਜਾਂਦਾ ਹੈ, ਜਿਸ ਤੋਂ ਬਾਅਦ ਨਵੀਂ ਵਿਆਹੀ ਲੜਕੀ ਡਿਪਰੈਸ਼ਨ ਵਿੱਚ ਚਲੀ ਜਾਂਦੀ ਹੈ। ਪੀੜਤਾ ਨੇ ਦੱਸਿਆ ਕਿ ਉਸਦੇ ਜ਼ਬਰਦਸਤੀ ਗਹਿਣੇ ਵੀ ਉਤਾਰ ਲਏ ਗਏ ਹਨ। ਬਾਹਰ ਲੜਕੀ ਨੂੰ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਤੇ ਇਨਸਾਫ ਦੀ ਮੰਗ ਕੀਤੀ ਗਈ ਹੈ। ਉਸ ਵੇਲੇ ਸਾਡੀ ਬੇਟੀ ਦਾ ਸਵਾਗਤ ਨਹੀਂ ਕੀਤਾ, ਕਹਿੰਦੇ ਗੱਡੀ ਮੰਗਿਆ, ਸਾਡੀ ਟੁੰਬਾ ਮੰਗਿਆ, ਤੂੰ ਲੈ ਕੇ ਨਹੀਂ ਆਈ। ਉਹਦੇ ਬਹੁਤ ਭੈੜੇ ਹਾਲਾਤ ਕੀਤੇ ਉਹਨੇ, ਸਾਡੇ ਭਰਾ ਦਾ ਘਰ ਲੁੱਟ ਕੇ ਲੈ ਗਿਆ। ਸਾਡੀ ਬੇਟੀ ਸੋਨੇ ਵਰਗੀ, ਇੰਨੀ ਮੇਰੇ ਭਰਾ ਨੇ ਪੜ੍ਹਾਈ ਲਿਖਾਈ, ਇੰਨੀ ਬੀਏਡ ਕੀ ਕੁਛ ਕੀਤਾ। ਇਸ ਵੇਲੇ ਉਹਨੇ ਸਦੈਣ ਕਰਕੇ ਉਹਨੂੰ ਕੁੱਟਮਾਰ ਕਰਕੇ ਗਹਿਣੇ ਲਾ ਲਏ, ਹੱਥ ਵਾ ਸਭ ਕੁਝ ਚੱਲ ਦਿੱਤਾ, ਸਭ ਕੁਝ ਲੁੱਟ ਕੇ ਲੈ ਗਏ। ਉਹ ਲਟੇਰੇ ਸੀ, ਉਹ ਜੇਬ ਕਤਰੇ ਸੀ, ਉਹਨੇ ਸਾਡੇ ਬੱਚੇ ਦਾ ਜਰਾ ਸਤਿਕਾਰ ਨਹੀਂ ਕੀਤਾ, ਜਰਾ ਕੀਤਾ ਨਹੀਂ। ਹੁਣ ਹਸਪੀਟਲ ਆ।
ਹੈਪੀ ਟੀਵੀ ਵਾਲਾ, ਉਹਦੇ ਘਰ ਵਾਲੀ ਦਾ ਨਾਂ ਸਪਨਾ ਆ। ਇਹ ਨਾ ਮੇਰੇ ਕੋਲ ਆਏ, ਕਹਿੰਦੇ ਭਾਜੀ ਅਸੀਂ ਨਾ ਤੁਹਾਡੀ ਬੇਟੀ ਦਾ ਰਿਸ਼ਤਾ ਕਰਨਾ ਆ, ਇੱਦਾਂ ਦਾ ਕਰਕੇ। ਮੇਰੀ ਭੈਣ ਦਾ ਮੁੰਡਾ ਆ, ਉਹ ਰੈਲਕੋ ਟਾਇਰਾਂ ਦੀ ਕੰਪਨੀ ਦੇ ਵਿੱਚ ਮੈਨੇਜਰ ਆ, ਹੈਗੇ ਉਹ ਜੰਮੂ ਰਹਿਣ ਵਾਲੇ ਸੀ। ਤੇ ਮੈਨੂੰ ਚਲੋ ਮੁੰਡੇ ਬਾਰੇ ਨਾ ਥੋੜਾ ਪਤਾ ਲੱਗ ਕੇ ਮੈਨੂੰ ਬੜੀ ਖੁਸ਼ੀ ਹੋਈ। ਮੈਂ ਕਿਹਾ ਚਲੋ ਫੈਮਲੀਆਂ ਵਧੀਆ ਆ। ਤੇ ਉਹਨਾਂ ਨੇ ਸਾਨੂੰ ਦੱਸਿਆ, ਕਹਿੰਦੇ ਭਾਜੀ ਉੱਥੇ ਕਿਸੇ ਵੀ ਚੀਜ਼ ਦੀ ਕਮੀ ਨਹੀਂ, ਸਿਰਫ ਉਹਨਾਂ ਨੂੰ ਇੱਕ ਲੋਨ ਹੀ ਲੈਣਾ ਪੈਂਦਾ ਆ, ਬਾਕੀ ਸਾਰੀਆਂ ਚੀਜ਼ਾਂ ਉਹਨਾਂ ਦੇ ਘਰ ਦੀਆਂ ਆ। ਹੋਰ ਮੈਨੂੰ ਜ਼ਿਆਦਾ ਵਧੀਆ ਲੱਗਾ। ਮੈਂ ਕਿਹਾ ਚਲੋ ਬੇਟੀ ਮੇਰੀ ਵਧੀਆ ਫੈਮਿਲੀ 'ਚ ਜਾ ਰਹੀ ਆ। ਤੇ ਆਪਣੇ ਨਾ ਅਗਸਤ ਦੀ 2-3 ਤਰੀਕ ਦੀ ਇਹ ਗੱਲ ਆ। ਅਗਸਤ ਦੀ 2-3 ਤਰੀਕ ਨੂੰ ਮਤਲਬ ਰਿਸ਼ਤਾ ਹੋਇਆ ਆ। ਉਹਦੀ ਮੁੰਡੇ ਦੀ ਮੰਮੀ ਆਈ ਸੀਗੀ ਮਨਜੀਤ ਰਾਜ ਦੀ, ਫਿਰ ਉਹਦੀ ਮਾਸੀ ਆਈ ਉੱਥੋਂ ਜੰਮੂ ਤੋਂ। ਉਹਨਾਂ ਨੇ ਸਾਨੂੰ ਵੀ ਬੁਲਾਇਆ, ਐਤਵਾਰ ਸੀਗਾ। ਕਹਿੰਦੇ ਭਾਜੀ ਤੁਸੀਂ ਵੀ ਆਪਣੀ ਬੇਟੀ ਨੂੰ ਲੈ ਆਓ ਤਾਂ ਅਸੀਂ ਮੁੰਡੇ ਨੂੰ ਲੈ ਕੇ ਆਉਂਦੇ ਹਾਂ। ਅਸੀਂ ਗਏ ਸਰ, ਅਸੀਂ ਚਲੋ ਮੁੰਡਾ ਸਾਨੂੰ ਪਸੰਦ ਆਇਆ। ਅਸੀਂ ਉਹਨਾਂ ਨੇ ਸ਼ਗਨ ਦੀ ਰਸਮ ਕੀਤੀ ਜਿਹੜੀ ਆ, ਅਸੀਂ ਮੁੰਡੇ ਨੂੰ ਸ਼ਗਨ ਪਾਇਆ, ਉਹਨੇ ਬੇਟੀ ਨੂੰ ਸ਼ਗਨ ਪਾਇਆ। ਠੀਕ ਆ ਸਰ। ਉਸ ਤੋਂ ਬਾਅਦ ਇਹਨਾਂ ਦੀ ਬੇਟੀ ਸੱਸ ਕਹਿੰਦੀ ਰੌਲਾ ਪਾਤਾ, ਕਹਿੰਦੇ ਸਾਨੂੰ ਮਨੀ ਆਪਣੇ ਮਤਲਬ ਨਾ ਨੰਬਰ ਦੇ, ਫੋਨ ਨੰਬਰ ਦੇ। ਤਾਂ ਅਸੀਂ ਕਿਹਾ ਵੀ ਮੈਂ ਕਿਹਾ ਦੀਦੀ ਸਾਡੇ ਮਤਲਬ ਨਾ ਇਹ ਲਾਓ ਨਹੀਂ ਹੈਗਾ, ਨੰਬਰ ਨਹੀਂ ਅਸੀਂ ਦੇ ਸਕਦੇ। ਫਿਰ ਉਹ ਕਹਿੰਦੇ ਕੋਈ ਗੱਲ ਨਹੀਂ ਭਾਜੀ ਨੰਬਰ ਹੀ ਦੇਣਾ ਹੈ, ਕੋਈ ਗੱਲ ਨਹੀਂ, ਬੱਚਾ ਗੱਲ-ਗੁੱਲ ਕਰ ਲਿਆ ਕਰਨਗੇ ਵੀ ਅੱਜ ਕੱਲ੍ਹ ਰਿਵਾਜ਼ ਆ। ਚਲੋ ਉਹਨੇ ਜਿੱਦਾਂ ਵੀ ਕਿੱਦਾਂ ਨਾ ਮਤਲਬ ਨੰਬਰ ਲੈ ਲਿਆ ਸਾਡੇ ਤੋਂ। ਫਿਰ ਉਹਨੇ ਗੱਲਾਂ ਬਾਤਾਂ ਕੀਤੀਆਂ, ਕਰਦੇ ਰਹੇ, ਮਤਲਬ 5-6 ਮਹੀਨੇ ਦਾ ਗੈਪ ਪਾ ਕੇ ਮੈਰਿਜ ਹੋਈ ਆ। ਔਰ ਫਿਰ ਦੇਖੋ ਉਹਨਾਂ ਨੇ ਵਰਤਾਂ ਦੇ, ਕਰਵਾ ਚੌਥ ਦੇ ਵਰਤਾਂ 'ਤੇ ਆਏ ਉਹ, ਔਰ ਉਸੇ ਦਿਨ ਹੀ ਉਹਨਾਂ ਨੇ ਸਾਨੂੰ ਇੱਕ ਲਿਸਟ ਦਿੱਤੀ ਸਾਹੇ ਦੀ ਲਿਆ ਕੇ। ਕਹਿੰਦੇ ਜੀ ਅਸੀਂ ਸਾਹਾ ਕਢਾਇਆ ਆ, ਇਹ 18 ਤਰੀਕ ਦਾ ਸ਼ਗਨ ਆ, 19 ਤਰੀਕ ਦੀ ਮਤਲਬ ਖਾਲੀ ਆ ਸਾਡਾ ਦਿਨ, ਤੇ 20 ਤਰੀਕ ਨੂੰ ਅਸੀਂ ਤੁਹਾਡੇ ਘਰ ਵਿਆਹੁਣ ਆਉਣਾ ਹੈ। ਅਸੀਂ ਕਿਹਾ ਜੀ ਠੀਕ ਆ। ਦੇਖੋ ਸਰ ਅਸੀਂ ਬੜੀ ਧੂਮਧਾਮ ਨਾਲ ਵਿਆਹ ਕੀਤਾ, ਬਹੁਤ ਖੁਸ਼ੀਆਂ ਨਾਲ ਬੇਟੀ ਦਾ ਮੈਂ ਕਾਜ ਕੀਤਾ। ਤੇ ਡੋਲੀ ਚੱਲ ਗਈ ਆ ਜੀ, ਡੋਲੀ ਚੱਲ ਗਈ ਆ। ਉਸ ਤੋਂ ਬਾਅਦ ਬੇਟਾ ਮੇਰਾ ਨਾਲ ਗਿਆ, ਤੇ ਆ ਮੇਰੇ ਇਹਨਾਂ ਦੇ ਮਾਮੇ ਦਾ ਬੇਟਾ, ਇਹ ਦੋਨੇ ਨਾਲ ਗਏ ਬੇਟੀ ਦੇ। ਤਾਂ ਉਹ ਵਿਚੋਲਣ ਬੇਟਾ ਦੱਸਦਾ ਹੈ ਗੱਡੀ ਵਿੱਚ ਹੀ ਪਾਪਾ ਇਹੀ ਗੱਲ ਕਰਦੀ ਰਹੀ, ਸਾਨੂੰ ਚੈਨੀ ਨਹੀਂ ਪਾਈ, ਸਾਨੂੰ ਮੁੰਦੀਆਂ ਨਹੀਂ ਪਾਈਆਂ। ਔਰ ਦੇਖੋ ਸਰ ਜਦੋਂ ਇੱਕ ਭਰਾ ਦਾ ਲਾਵਾਂ ਆਨੰਦ ਕਾਰਜ ਹੁੰਦਾ ਆ, ਤੇ ਫੈਮਿਲੀ ਦੇ ਮੇਨ ਮੈਂਬਰਾਂ ਦਾ ਇੱਕ ਰੋਲ ਹੁੰਦਾ ਆ ਕਿ ਆਨੰਦ ਕਾਰਜਾਂ ਦੇ ਵਿੱਚ ਬੈਠਣਾ। ਔਰ ਉਹਦੇ ਮੁੰਡੇ ਦੇ ਭਰਾ ਤੇ ਭਰਜਾਈ ਦੋਨੇ ਸਾਡੇ ਮੇਰੇ ਨਾ ਡਬਲ ਫਲੋਰ ਤੇ ਬੈੱਡ ਤੇ ਬੈਠ ਕੇ ਇੱਦਾਂ ਸਿਰ ਫੜ ਲਿਆ ਉਹਨੇ। ਉਹ ਆਪਸ ਵਿੱਚ ਬੇਟਾ ਨਾ ਮਠਿਆਈ ਦੇ ਡੱਬੇ ਲੈਣ ਆਇਆ, ਪਰ ਉਹ ਆਪਸ ਵਿੱਚ ਗੱਲਾਂ ਕਰਦੇ ਸੀ। ਕਹਿੰਦੇ ਨਾ ਮੈਨੂੰ ਮੁੰਦੀ ਪਾਈ ਉਹਨਾਂ ਨੇ, ਮਤਲਬ ਮਿਲਣੀ ਮੇਰੀ ਸਹੀ ਢੰਗ ਨਾਲ ਕਰਵਾਈ, ਨਾ ਮੈਨੂੰ ਉਹ ਕਹਿ ਰਹੇ ਮੈਨੂੰ ਟੌਕਸ ਪਾਇਆ। ਉਹ ਇਹ ਗੱਲਾਂ ਕਰਦੇ ਸੀਗੇ। ਤਾਂ ਬੇਟਾ ਮਤਲਬ ਮੈਨੂੰ ਕਹਿੰਦਾ, ਮੈਂ ਕਿਹਾ ਬੇਟੇ ਹੁਣ ਤਾਂ ਕੁਛ ਨਹੀਂ ਹੋਣਾ ਹੈਗਾ ਨਾ, ਇਹ ਗੱਲਾਂ ਆਪਣੇ ਨਾਲ ਪਹਿਲਾਂ ਸ਼ੇਅਰ ਕੀਤੀ ਹੁੰਦੀਆਂ, ਆਪਾਂ ਕੋਈ ਇਹਦਾ ਮਸਲਾ ਹੱਲ ਕਰਦੇ। ਲਓ ਜੀ ਕਰ ਕਰਾ ਕੇ ਨਾ ਇਹ ਸਾਰੀਆਂ ਗੱਲਾਂ ਬਾਤਾਂ ਹੋ ਗਈਆਂ। ਫਿਰ ਉਸ ਤੋਂ ਬਾਅਦ ਜਵਾਈ ਨੂੰ ਨਾ ਆਪਣੀ ਲਾਵਾਂ ਫੇਰੇ ਲੈ ਕੇ ਆਏ ਜਦੋਂ ਅਸੀਂ, ਤੇ ਵੋਟ ਲਈ ਲੈ ਕੇ ਗਏ। ਜਦੋਂ ਵੋਟ ਪਾਈ ਆ ਬੇਟੀ ਦੀ, ਤਾਂ ਦੋਨਾਂ ਦੀਆਂ ਉੱਥੇ ਫੋਟੋਆਂ ਵੀ ਹੋਈਆਂ। ਭਾਜੀ ਦੀਪਕ ਸਗੇ ਜਿਹੜੇ ਆਪਣੇ ਵੀਡੀਓ ਬਣਾ ਰਹੇ ਸੀ ਨਾ ਵਿਆਹ ਦੀ, ਉਹਨਾਂ ਨੂੰ ਅਸੀਂ ਨਾਲ ਰੱਖਿਆ। ਫਿਰ ਉਸ ਤੋਂ ਬਾਅਦ ਅਸੀਂ ਘਰ ਆਏ ਹਾਂ। ਜਦੋਂ ਇੱਦਾਂ ਦਾ ਇਸ਼ੂ ਦੇਖਿਆ ਨਾ ਅਸੀਂ ਵੀ ਇਹ ਮਤਲਬ ਟੁੰਬਾਂ ਚੱਲਿਆਂ ਦੀ ਗੱਲ ਕਰ ਰਹੇ ਹਾਂ ਨਾ, ਤੇ ਫਿਰ ਅਸੀਂ ਕੋਠੇ 'ਤੇ ਚੱਲ ਗਏ ਆ, ਮੈਂ ਤੇ ਮੇਰੀ ਮਿਸੇਜ। ਮੈਂ ਕਿਹਾ ਯਾਰ ਹੁਣ ਇਹ ਕਿਤੇ ਗੜਬੜ ਨਾ ਹੋ ਜਾਵੇ, ਕਿਤੇ ਬੇਟੀ ਨੂੰ ਇਹ ਲਾਲਚੀ ਬੰਦੇ ਆ ਪਤਾ ਨਹੀਂ ਇੱਥੇ ਨਾ ਛੱਡ ਦੇਣ। ਅਸੀਂ ਸਰ ਕੈਸ਼, 2 ਬੇਟੀਆਂ ਮੇਰੀਆਂ ਦੀ ਵਿਆਹ ਆ, ਮੈਂ ਉਹਦੇ ਵਿਆਹ ਲਈ ਜਿਹੜੇ ਪੈਸੇ ਰੱਖੇ ਸੀ ਮੈਂ 3.5 ਲੱਖ ਰੁਪਈਆ ਆਪਣੀ ਜਵਾਈ ਨੂੰ ਦਿੱਤਾ। ਮੈਂ ਕਿਹਾ ਯਾਰ ਇੰਨਾ ਹੀ ਮੇਰੇ ਕੋਲ, ਇੰਨਾ ਕਿਹਾ ਤੁਸੀਂ ਜੋ ਗੱਡੀ ਲੈਣੀ ਗੱਡੀ ਲੈ ਲਿਓ, ਜੋ ਲੈਣਾ ਤੁਸੀਂ ਲੈ ਲਿਓ, ਹੈ ਨਾ। ਤੇ ਸਰ ਦੇਖੋ ਮੇਰੀ ਬੇਟੀ ਮਾਰਨਿੰਗ ਟਾਈਮ ਉਹਨਾਂ ਨੇ ਮਤਲਬ ਨਾ 18 ਤਰੀਕ ਨੂੰ ਸ਼ਗਨ ਪਾਉਣਾ ਹੈ ਘਰ, ਉਹਨੇ ਕੜੇ ਪਾਏ ਸੀਗੇ। ਔਰ ਬੇਟੀ ਦੇ ਦੇਖੋ ਉਹਨਾਂ ਨੇ ਕੜੇ ਵੀ ਲਹਾ ਲਏ। 6:30-7 ਵਜੇ ਦੀ ਗੱਲ ਆ। ਬੇਟੀ ਨੂੰ ਕਹਿੰਦੇ ਕਿ ਚੱਲ ਮਨੀ ਤੇਰੇ ਮਤਲਬ ਕੱਪੜੇ ਚੇਂਜ ਕਰਨੇ, ਉਹਦਾ ਲਹਿੰਗਾ ਵੀ ਲਹਾ ਲਿਆ। ਤੇ ਉਹਦੇ ਕੱਪੜੇ ਜਦੋਂ ਚੇਂਜ ਕੀਤੇ, ਬੇਟਾ ਕਹਿੰਦਾ ਪਾਪਾ ਮਨੀ ਬਹੁਤ ਵਧੀਆ ਥੱਲੇ ਗਈ ਆ। ਜਦੋਂ ਉਹ ਉੱਪਰ ਲੈ ਕੇ ਆਏ ਆ, ਇਹਨਾਂ ਨੂੰ ਵੀ ਪਤਾ ਬੱਚਿਆਂ ਨੂੰ, ਉਹਦੇ ਵਾਲ ਖਿਲਰੇ, ਉਹਦਾ ਮਤਲਬ ਉਹ ਫੁੱਲੀਆਂ ਹੀ ਉਹਨੇ ਖਰਾਬ ਕਰ ਦਿੱਤਾ। ਇੰਨਾ ਨਹੀਂ ਹੁਣ ਸਾਨੂੰ ਪਤਾ ਉਹਨੂੰ ਕਿੰਨਾ ਕੁ ਉਹਨੂੰ ਕੁੱਟਿਆ ਮਾਰਿਆ ਵੀ ਹੋਊਗਾ। ਔਰ ਸਰ ਬਹੁਤ ਲਾਲਚੀ ਬੰਦੇ, ਬਹੁਤ ਉਹਨਾਂ ਨੂੰ, ਮੈਨੂੰ ਇਨਸਾਫ ਮਿਲਣਾ ਚਾਹੀਦਾ ਔਰ ਉਹਨਾਂ ਨੂੰ ਸਖਤ ਤੋਂ ਸਖਤ ਸਾਰਿਆਂ ਨੂੰ ਸਜ਼ਾ ਮਿਲਣੀ ਚਾਹੀਦੀ ਆ। ਮਹਿਲਾ ਆਯੋਗ ਦੀ ਚੇਅਰਪਰਸਨ ਮਨੀਸ਼ਾ ਗੁਲਾਟੀਆ ਜਲੰਧਰ ਆਏ, ਜਿੱਥੇ ਉਹਨਾਂ ਨੇ ਔਰਤਾਂ ਦੇ ਘਰੇਲੂ ਵਿਵਾਦਾਂ ਦੀਆਂ ਸ਼ਿਕਾਇਤਾਂ ਸੁਣੀਆਂ ਤੇ ਉਹਨਾਂ ਨੂੰ ਹੱਲ ਕਰਨ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਮਨੀਸ਼ਾ ਗੁਲਾਟੀ ਨੇ ਪੁਲਿਸ ਵਾਲਿਆਂ ਦੀ ਜੰਮ ਕੇ ਕਲਾਸ ਵੀ ਲਗਾਈ। ਉਹਨਾਂ ਕਿਹਾ ਹੈ ਕਿ ਵੂਮਨ ਸੈੱਲ ਆਪਣਾ ਕੰਮ ਠੀਕ ਤਰ੍ਹਾਂ ਨਹੀਂ ਕਰ ਰਹੀ, ਕਿਉਂਕਿ ਵੂਮਨ ਸੈੱਲ ਦਾ ਕੰਮ ਹੁੰਦਾ ਹੈ ਮਸਲੇ ਹੱਲ ਕਰਵਾਉਣਾ, ਨਾ ਕਿ ਪਰਚੇ ਦਰਜ ਕਰਵਾਉਣਾ। ਉਹਨਾਂ ਕਿਹਾ ਕਿ ਵੂਮਨ ਸੈੱਲ ਔਰਤਾਂ ਨੂੰ ਇਨਸਾਫ ਦਿਵਾਉਣ ਲਈ ਬਣਾਏ ਗਏ ਹਨ, ਨਾ ਕਿ ਹਰਾਸਮੈਂਟ ਕਰਨ ਲਈ। 1 ਮੰਥ ਹੋ ਗਏ। ਮੇਰਾ ਹਸਬੰਡ ਇੱਥੇ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਹੈ, ਮੁਕੇਸ਼ ਸਹਿਦੇਵ ਹੈ ਨਾਮ, ਵੈਰੀ ਵੈਲ ਰੈਪੂਟੇਟਡ ਪਰਸਨ। ਉਹਨੇ ਮੈਨੂੰ ਕਿਹਾ ਕਿ ਤੇਰੇ ਪੂਜਾ ਸਾਈਨ ਹੋਣੇ ਆ ਪ੍ਰਾਪਰਟੀ ਤੇ, ਤਾਂ ਕਰਕੇ ਤੂੰ ਆਪਣੀ ਮੰਮੀ ਦੇ ਘਰ ਚੱਲ। ਮੈਂ ਵੈਸੇ ਵੀ ਸਾਈਨ ਪਹਿਲਾਂ ਕਰਦੀ ਸੀ, ਮੈਂ ਉਹਦੇ ਨਾਲ ਗਈ। ਦੈਨ ਹੀ ਸੈਡ ਕਿ ਤੂੰ ਵੇਟ ਕਰ, ਪਾਰਟੀ ਹਜੇ ਆਈ ਨਹੀਂ। ਸ਼ਾਮ ਤੱਕ ਮੈਨੂੰ ਇਹੀ ਕਹਿ ਰਿਹਾ ਸੀ ਸਰ। ਮੈਂ ਫਿਰ ਕਹਿੰਦਾ ਕਿ ਨੈਕਸਟ ਡੇ ਆਏਗੀ ਪਾਰਟੀ। ਨੈਕਸਟ ਡੇ ਵੀ ਸਰ ਮੈਂ ਉਹਨੂੰ ਕਾਫੀ ਫੋਨ ਕੀਤੇ, ਉਹਨੇ ਮੈਨੂੰ ਮੇਰਾ ਫੋਨ ਨਹੀਂ ਪਿਕ ਕੀਤਾ।
थर्ड डे ही सेड कि बच्चे मैं बोर्डिंग पाते हैं तो मैं तेन लैके नहीं जाना। इट्स 12 ईयर नाउ फॉर मैरिज। हाँ जी सर मैं दी है, मैंने बच्चे नहीं दिखा रहा, कह रहा कि तू घर दे 12 साल बाद वो कह रहा कि तू घर दे कोई काम नहीं किते, मेरी भैनों नहीं पूछिया, उन्होंने 12 साल बाद याद आता पे, दसो जरा। इट्स मेरे बच्चे नहीं मिला रहे, बस मैं इसलिए मैडम को आई हाँ, मैंने बच्चे दिखाए मेरे बस। ਉਹਦਾ ਕੀ ਰਾਈਟ ਹੈ ਕਿ ਮੇਰੇ ਕੋਲ ਬੱਚੇ ਖੋ ਰਹੇ ਆ। ਮੈਨੂੰ ਕਹਿੰਦਾ ਜੇ ਤੂੰ ਹੀ ਗਿਵਸ ਮੀ ਥ੍ਰੈਟਸ ਕਿ ਘਰ ਆਈ ਤੇ ਤੇਰੇ ਮੈਂ ਭੈਣ ਭਰਾਵਾਂ ਨੂੰ ਮਰਵਾ ਦੇਵਾਂਗਾ, ਮੇਰੇ ਕੋਲ ਬਹੁਤ ਪੈਸਾ ਆ। ਕੌਣ ਹੈ ਮਨੀਸ਼ਾ ਗੁਲਾਟੀ, ਉਹ ਮੇਰਾ ਕੁਝ ਨਹੀਂ ਕਰ ਸਕਦੀ। ਹਾਂਜੀ ਕੀ ਲੱਗਦਾ ਅੱਜ ਸਮੱਸਿਆ ਦਾ ਹੱਲ ਹੋ ਜਾਵੇਗਾ? मुझे लगता है कि मैम करेंगे, बहुत हेल्पफुल हैं मैम, करेंगे। एक बेटा ते ਉਹਨਾਂ ਦੀ ਵਾਈਫ ਨੇ ਆਪਣੀ ਮਦਰ ਨੂੰ ਬੁਰੀ ਤਰ੍ਹਾਂ ਕੁੱਟਿਆ, ਵਾਸ਼ਰੂਮ ਲੋਕ ਕਰਤਾ ਤੇ ਮੇਰੀ ਗੱਲ ਵੀ ਹੋਈ, ਬੜਾ पेनफुल सी सुनना, बड़ा पेनफुल सी, वो बहुत रो रहे सब। उससे कंसर्न है जलंधर की विजिट भी वुमेन सैल की पेंडिंग सी कि बड़िया सारिया तुहाडे सामने ही है कितना रश लगा होया, कंप्लेंट सन कि लोग ये कह रहे सन साडी सुनवाई नहीं, तुहाडे कोल ही मैडम सुनवाई करवानी है, एक कंसर्न सी। तो फिर आज मैं उस सिलसिले च आई सी। बड़ा जोर दिता कि मेरे नाम का मिसयूज नहीं होना चाहिए कि कोई मिसयूज कीता तुहाडे नाल। यस मेरे को बहुत सारिया कंप्लेंट्स आ गई ने, कुड़ियाँ FIR ले लैके, मुंडे FIR ले लैके आई जा रहे हैं कि तुहानू कंप्लेंट दिती सी मैडम कोविड करके, इलैक्शन दे प्रैशर करके कि पुलिस डिपार्टमेंट बिजी है, कोड लग गया, रिस्ट्रिक्शनस लग गई सन, अदालतां नहीं लग पा रही सन, साडे कोल स्टाफ नहीं सी। यू नो जदों साडे कोल 150-200 बंदा इकट्ठा हो जाता जदों अदालत लगती है, हैंडल लोग लड़ पैंदे ने। एक मेरे ते अटैक करने की कोशिश हुई, मोहाली SSP नूं 2 वारी अलग अलग SSP सन, सतिंदर जी, नवजोत माल जी, उन्होंने इनफॉर्म किया गया, पुलिस बुलानी पै गई। तो बड़ा प्रैशर वो है, सिचुएशन नूं मेरा स्टाफ हैंडल नहीं कर सकता सी। अदालतां बंद कीतियां गईयां इन्हां सारी सिचुएशन नूं देखते हुए, तो पुलिस नूं भेजने शुरू करते। जदों केस पुलिस नूं भेजने शुरू करते कुछ महीनों तो गलत फटाफट FIR, जिवें फा वड्डी दा पंजाबी च के कम मैडम ने केस भेजिया तो FIR, वो लड़कियां आई जा रही ने, परिवार आई जा रहे हैं, मुंडे आई जा रहे हैं, बच्चे नहीं घर तोड़ना चाहते। एक चलो आर्गूमेंट्स घर च हो जाते हैं, एक उम्मीद लैके आते हैं, मेरे तो उम्मीद लैके आते हैं, तो वो फिर मैनू हुंदा है कि किवें FIR करती, मैं तो क्या ही नहीं। फिर आप रिकॉर्ड जो चेक किया, वो एक बड़ी वड्डी शिकायत है, यह बहुत हो रहा है। यूक्रेन में इस समय हालत काफ़ी चिंताजनक बने हुए हैं क्योंकि हर रोज़ रूस यूक्रेन की बंबारी कर रहा है तो लोगों की जान जा रही है। दूजे पासे पंजाब तो पढ़ाई करन गए विद्यार्थी भी उत्थे फसे हुए हैं ते मापियां दी चिंता वधी हुई है। इस दे नाल एयरलाइन कंपनियां ने टिकटां दे भाव दुगने कर दिते हैं। अज एक विद्यार्थी मनप्रीत सिंह यूक्रेन तो जलंधर अपने घर वापस आया, उसने सारे हालातां बारे दस्सिया कि यूक्रेन दे ताज़ा हालात उत्थे की हन। ਜਦੋਂ ਤੁਹਾਡਾ ਬੇਟਾ ਉੱਥੇ ਸੀ ਤਾਂ ਕਿੱਦਾਂ ਦਾ ਲੱਗ ਰਿਹਾ ਸੀ? ਉਹਨਾਂ ਫੋਨ ਤੇ ਜਦੋਂ ਗੱਲ ਹੋ ਰਹੀ ਸੀ ਤੁਹਾਡੀ? ਬੇਟੇ ਬਹੁਤ ਔਖਾ ਲੱਗ ਰਿਹਾ ਸੀ, ਬਹੁਤ ਜ਼ਿਆਦਾ, ਕਿ ਮੈਂ ਕਿਹੜੀ ਘੜੀ ਆਪਣੇ ਬੱਚੇ ਨੂੰ ਮਿਲ ਲਵਾਂ। ਨਾ ਮੇਰਾ ਦਿਲ ਕਰਦਾ ਸੀ ਕੁਝ ਖਾਣ ਨੂੰ, ਨਾ ਪੀਣ ਨੂੰ, ਨਾ ਇਹਦੇ ਪਾਪਾ ਦਾ। ਮਤਲਬ ਜੀ ਸਾਡੇ ਰਿਸ਼ਤੇਦਾਰ ਸਾਰੇ ਹੀ ਕਹਿ ਰਹੇ ਸੀ ਕਿ ਬੱਚੇ ਨੂੰ ਬੁਲਾ ਲਓ, ਜਿੰਨੀ ਜਲਦੀ ਬੁਲਾ ਹੁੰਦਾ ਬੁਲਾ ਲਓ, ਕਿਉਂਕਿ ਸਾਰੇ ਨਿਊਜ਼ ਦੇਖਦੇ ਸੀ, ਕਹਿੰਦੇ ਸਾਨੂੰ ਪੈਸੇ ਨਾ ਕੋਈ ਮਤਲਬ ਨਹੀਂ, ਕੋਈ ਕੁਛ ਨਹੀਂ, ਬੇਟੇ ਨੂੰ ਬੁਲਾ ਲਓ ਬਸ। ਸਾਰਿਆਂ ਦੀ ਕੋਈ ਗੱਲ ਸੀ, ਬੇਟੇ ਨੂੰ ਬੁਲਾ ਲਓ। ਜਦੋਂ ਆਇਆ ਪਤਾ ਨਹੀਂ ਲੱਗਦਾ ਸੀ ਕਿ ਇੰਨਾ ਚਾਅ ਸੀ, ਕਿੱਥੋਂ ਆ ਗਿਆ, ਛਾਤੀ ਨਾਲ ਲਾਇਆ, ਮਿਲਿਆ, ਬੜਾ ਚਾਅ ਚੜਿਆ, ਬਲਦੀ ਅੱਗ ਚੋਂ ਬੇਟਾ ਮੁੜ ਕੇ ਆਇਆ। ਬਸ ਮੈਂ ਬਿਆਨ ਨਹੀਂ ਕਰ ਸਕਦੀ, ਦੱਸ ਨਹੀਂ ਸਕਦੀ ਕਿ ਉਹ ਟਾਈਮ ਵਕਤ ਕਿੱਦਾਂ ਦਾ ਸੀ ਜਦੋਂ ਬੱਚਾ ਮੈਨੂੰ ਮਿਲਿਆ। ਬਸ ਕਿੱਦਾਂ ਦੀ ਗੱਲਾਂ ਹੁੰਦੀ ਸੀ ਜਦੋਂ ਬੇਟਾ ਬਾਹਰ ਸੀਗਾ, ਘਰ 'ਚ ਕਿੱਦਾਂ ਦੀ ਗੱਲ ਮਾਹੌਲ ਸੀ? ਬੇਟੇ ਕੁਛ ਖਾਣ ਨੂੰ ਦਿਲ ਹੀ ਨਹੀਂ ਕਰਦਾ ਸੀ, ਜਿੱਥੇ ਬੈਠੇ ਰਹਿੰਦੇ ਸੀ। ਇਹਦੇ ਪਾਪਾ ਵੀ ਇੱਦਾਂ ਹੀ ਰਹਿੰਦੇ ਸੀ। ਬਸ ਪਾਪਾ ਕੀ ਕਹਿੰਦੇ ਸੀ ਉਸ ਟਾਈਮ? ਪਾਪਾ ਸ਼ੋਅ ਤਾਂ ਨਹੀਂ ਕਰਦੇ ਸੀਗੇ, ਲੇਕਿਨ ਅੰਦਰੋਂ ਅੰਦਰ ਹੁੰਦੇ ਸੀ, ਕਹਿੰਦੇ ਸੀ ਬੁਲਾ ਲਓ ਉਹਨੂੰ, ਜਲਦੀ ਬੁਲਾ ਲਓ ਬੇਟੇ ਨੂੰ। ਹਾਂਜੀ ਸਰ, ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਮਨਪ੍ਰੀਤ ਸਿੰਘ ਆ। ਮੈਂ ਯੂਕਰੇਨ ਤੋਂ ਰੀਸੈਂਟਲੀ ਆਇਆ 14 ਤਰੀਕ ਨੂੰ। ਇੱਥੇ ਲੈਂਡ ਹੋਇਆ ਮੈਂ 14 ਤਰੀਕ ਸਵੇਰੇ 3 ਵਜੇ 3:30 ਵਜੇ, ਅਤੇ ਜਲੰਧਰ ਮੈਂ ਆਪਣੇ ਪਹੁੰਚਿਆ ਹੈਗਾ ਆ ਰਾਤ ਨੂੰ 8 ਵਜੇ। इस वक्त वहाँ पर माहौल बहुत ज़्यादा ख़राब है, अब कैसे वहाँ पर स्थितियाँ जो है? स्थिति इस टाइम सर काफ़ी पैनिक है इस टाइम, क्योंकि अब तो मैं तो फिर भी टाइम पर वहाँ से आ गया। इस टाइम जो मेरे को पता है न्यूज़ मिल रही है, वहाँ पे टैंक्स वगैरह बहुत घूम रहे हैं रोड्स पे, और मिलिट्री लगातार घूम रही है रोड पे, तो उसकी वजह से बच्चे ज़्यादा पैनिक हुए पड़े हैं आवाज़ वगैरह सुन के।
और मुझे कल ही नई न्यूज़ आई है कि वहाँ पे एरिया है लुकांस हमारे पास ही था, खारकी के पास। तो वहाँ पे उन्होंने कैप्चर कर लिया एरिया वो वाला रशिया वालों ने। जब आप वहाँ पर थे किस प्रकार की दिक्कतें आ रही थी आपको? वहाँ पे दिखते हैं, मैं तो फिर भी टाइम पे वापस आ गया ना। वहाँ पे मगर जो मैंने फेस की है, वहाँ पे महंगाई की, खाने पीने का सामान बहुत महंगा हो गया था क्योंकि सप्लाई लाइन पीछे से बंद हो गई थी। तो आप वहाँ पर स्टडी करने के लिए गए? हाँ जी, स्टडी बेस पे मैं गया था, फिर मैं 8 महीने बाद वापस आ गया। तो वहाँ पर स्टूडेंट को कैसी कैसी दिक्कतें आ रही है जो भारतीय यहाँ पर? मेन तो सर यही आ रही है कि वहाँ पे अकेले हैं और लैंग्वेज प्रॉब्लम है, ठीक है, और खाने पीने का सामान सर्वाइव करना बहुत मुश्किल है बिना खाने पीने के, ठीक है सर। ये मेन दिक्कतें हैं वहाँ पे। ਨਕੋਦਰ ਤੋਂ ਸੀਨੀਅਰ ਪੱਤਰਕਾਰ ਪੁਨੀਤ ਅਰੋੜਾ ਦੇ ਪਰਿਵਾਰ ਵਿੱਚ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ ਜਦੋਂ ਉਹਨਾਂ ਦੀ ਮਾਤਾ ਸ਼੍ਰੀਮਤੀ ਸ਼ਕੁੰਤਲਾ ਦੇਵੀ ਪਤਨੀ ਸਵਰਗਵਾਸੀ ਸ਼੍ਰੀ ਗੁਰਚਰਨ ਦਾਸ ਮਿਤੀ 20 ਫਰਵਰੀ ਨੂੰ ਸਦੀਵੀ ਵਿਛੋੜਾ ਦੇ ਗਏ ਚਲੇ ਗਏ। ਉਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ਼੍ਰੀ ਗਰੂੜ ਪੁਰਾਣ ਪਾਠ ਦਾ ਭੋਗ ਤੇ ਰਸਮ ਕਿਰਿਆ 3 ਮਾਰਚ 2022 ਦਿਨ ਐਤਵਾਰ ਨੂੰ ਬਾਅਦ ਦੁਪਹਿਰ 1 ਵਜੇ ਤੋਂ ਲੈ ਕੇ 2 ਵਜੇ ਤੱਕ ਭਾਰਤੀ ਗੋਪਾਲ ਮਾਡਲ ਸਕੂਲ ਪੂਰੇਵਾਲ ਕਲੋਨੀ ਨਕੋਦਰ ਵਿੱਚ ਪਵੇਗਾ। ਅਸੀਂ ਵੀ ਆਪਣੇ ਅਦਾਰੇ ਵੱਲੋਂ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਾਂ। ਸ਼ਾਹੀ ਸ਼ਹਿਰ ਪਟਿਆਲਾ ਵਿਖੇ ਚੋਰਾਂ ਦੇ ਹੌਸਲੇ ਬੁਲੰਦ ਨਜ਼ਰ ਆ ਰਹੇ ਹਨ ਤੇ ਹਰ ਰੋਜ਼ ਚੋਰੀ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ ਤੇ ਇਹ ਚੋਰ ਪੁਲਿਸ ਦੇ ਲੋਕਾਂ ਦੀ ਸਿਰਦਰਦੀ ਬਣੇ ਹੋਏ ਹਨ। ਪਰ ਅੱਜ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਇੱਕ ਛਾਪੇਮਾਰੀ ਦੌਰਾਨ ਪੁਲਿਸ ਨੇ ਚੋਰਾਂ ਨੂੰ ਕਾਬੂ ਕਰਕੇ ਇਨ੍ਹਾਂ ਪਾਸੋਂ 3 ਮੋਟਰਸਾਈਕਲ ਅਤੇ 4 ਮੋਬਾਈਲ ਫੋਨ ਬਰਾਮਦ ਕੀਤੇ ਹਨ। ਪੁਲਿਸ ਮੁਤਾਬਿਕ ਫੜੇ ਗਏ ਇਨ੍ਹਾਂ 4 ਚੋਰਾਂ ਚੋਂ 3 ਦੀ ਜ਼ਮਾਨਤ ਹੋ ਗਈ ਸੀ ਪਰ ਇੱਕ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਡੂੰਘਾਈ ਤੋਂ ਪੁੱਛਗਿੱਛ ਕੀਤੀ ਜਾ ਸਕੇ। ਅਸੀਂ ਜੀ 4 ਬੰਦੇ ਅਰੈਸਟ ਕੀਤੇ ਨੇ। ਉਹਨਾਂ ਕੋਲੋਂ ਅਸੀਂ 3 ਮੋਟਰਸਾਈਕਲ ਤੇ 4 ਮੋਬਾਈਲ ਫੋਨ ਜਿਹੜੇ ਹੁਣ ਤੱਕ ਰਿਕਵਰ ਕੀਤੇ ਨੇ। ਉਹਨਾਂ ਦੇ ਵਿੱਚੋਂ 3 ਬੰਦੇ ਜਿਹੜੇ ਹੈਗੇ ਸੀਗੇ ਜੁਵੈਨਾਈਲ ਸੀਗੇ, ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਸੀਗਾ। ਕੋਰਟ ਨੇ ਉਹਨਾਂ ਦੀ ਜਿਹੜੀ ਮੁਚਲਕਾ ਲੈ ਕੇ ਜ਼ਮਾਨਤ ਤੇ ਉਹਨਾਂ ਨੂੰ ਛੱਡਤਾ ਤੇ ਉਸ ਤੋਂ ਬਾਅਦ ਸਾਡੇ ਕੋਲ ਇੱਕ ਮੇਜਰ ਜਿਹੜਾ ਹੈਗਾ ਦੋਸ਼ੀ ਉਹ ਸਾਡੇ ਕੋਲ ਹਾਲ ਦੀ ਘੜੀ ਹੈਗਾ, ਉਹਨੂੰ ਅਸੀਂ ਪੇਸ਼ ਕਰਕੇ ਰਿਮਾਂਡ ਲਵਾਂਗੇ ਤੇ ਅੱਗੇ ਇਹਨੂੰ ਫਰਦਰ ਜਿਹੜਾ ਹੈਗਾ ਇਨਵੈਸਟੀਗੇਸ਼ਨ ਚਲਾਵਾਂਗੇ। ਕਿਤੋਂ ਜਿਹੜੇ ਮੋਟਰਸਾਈਕਲ ਚੋਰੀ ਕੀਤੇ ਸੀ ਉਹ ਫੋਨ ਵਗੈਰਾ? ਇਹ ਮੋਟਰਸਾਈਕਲ ਇਹਨਾਂ ਦੇ ਮਤਲਬ ਸ਼ਹਿਰ ਦੇ ਵਿੱਚੋਂ ਹੀ ਜ਼ਿਆਦਾ, ਜਿਵੇਂ ਤ੍ਰਿਪੜੀ ਏਰੀਆ ਦੇ ਵਿੱਚੋਂ, ਅਰਬਨ ਸਟੇਟ ਦੇ ਵਿੱਚੋਂ, ਲਾਹੌਰੀ ਗੇਟ ਥਾਣੇ ਦੇ ਜਿਹੜੇ ਏਰੀਆ ਪੈਂਦੇ ਨੇ ਉਹਨਾਂ ਦੇ ਵਿੱਚੋਂ ਚੋਰੀ ਕੀਤੇ ਸੀਗੇ। ਐਵੇਂ ਜਿਹੜੇ ਹੈਗੇ ਨੇ ਮੋਬਾਈਲ ਫੋਨ ਵੀ ਸਨੈਚਿੰਗ ਵਾਲੇ ਤੇ ਜਿਹੜੇ ਚੋਰੀ ਕੀਤੇ ਨੇ ਬੱਸ ਸਟੈਂਡ ਵਗੈਰਾ ਤੋਂ ਉਹ ਹੈਗੇ ਸੀਗੇ, ਉਹ ਅਸੀਂ ਰਿਕਵਰ ਕੀਤੇ ਨੇ। ਕਿੰਨੀ ਕੀ ਉਮਰ ਹੈਗੇ ਨੇ, ਕਿੰਨੇ ਸਾਲ ਤੋਂ ਕੰਮ ਕਰ ਰਹੇ ਸੀ? ਪਹਿਲੀ ਵਾਰ ਕੀਤਾ ਜਾਂ ਇਹਨਾਂ ਦਾ ਪਹਿਲੇ ਵੀ ਰਿਪੋਰਟ ਹੈਗਾ? ਨਹੀਂ, ਪਹਿਲਾਂ ਇਹਨਾਂ ਦੇ ਖਿਲਾਫ ਕੋਈ ਮੁਕੱਦਮਾ ਦਰਜ ਨਹੀਂ ਹੈਗਾ। ਮਤਲਬ ਜਿਹੜੇ ਹੈਗੇ ਨੇ ਮਾਈਨਰ ਨੇ, ਇਹ ਜੁਵੈਨਾਈਲ ਨੇ, 15 16 ਸਾਲ ਦੀ ਉਮਰ ਦੇ ਹੈਗੇ ਨੇ। ਤੇ ਕਾਰਨ ਨਹੀਂ ਦੱਸਿਆ ਕਿਉਂ ਕਰਦੇ ਸੀ? ਨਸ਼ੇ ਦੇ ਆਦੀ ਸੀਗੇ ਜਾਂ ਬੇਰੁਜ਼ਗਾਰੀ ਕਰਕੇ? ਕਿਉਂ? ਨਹੀਂ, ਇਹ ਪੜ੍ਹਨ ਵਾਲੇ ਹੈਗੇ ਨੇ, ਕੋਈ ਬੇਰੁਜ਼ਗਾਰੀ ਵਾਲਾ ਕੰਮ ਨਹੀਂ ਹੈਗਾ। ਪੜ੍ਹਨ ਵਾਲੇ ਨੇ, ਸਾਰੇ ਪੜ੍ਹਨ ਵਾਲੇ ਹੈਗੇ ਨੇ, ਪਰ ਇਹ ਮਾੜੀ ਸੰਗਤ ਕਰਕੇ, ਮਾੜੀਆਂ ਆਦਤਾਂ ਕਰਕੇ ਜਿਹੜੇ ਹੈਗੇ ਕੰਮ ਦੇ ਵਿੱਚ ਪਏ ਹੋਏ ਨੇ। ਰਹਿਣ ਵਾਲੇ ਕਿੱਥੋਂ ਸੀਗੇ? ਰਹਿਣ ਵਾਲੇ ਹਾਂਜੀ, ਕੋਈ ਤਫਜ਼ਲਪੁਰੇ ਦੇ ਨੇ 2 ਮੁੰਡੇ, ਬਾਕੀ ਲਾਹੌਰੀ ਗੇਟ ਦੇ ਨੇ ਤੇ ਆਪਣਾ ਅਨਾਜ ਮੰਡੀ ਏਰੀਏ ਦੇ ਹੈਗੇ ਨੇ। ਬੈਕਗ੍ਰਾਉਂਡ ਕੀ ਇਹਨਾਂ ਦੇ ਮਾਪੇ ਕੀ ਕਰਦੇ ਨੇ? ਬੈਕਗ੍ਰਾਉਂਡ ਇਹਨਾਂ ਦੇ ਮਾਪੇ ਦਿਹਾੜੀ ਵਗੈਰਾ ਕਰਦੇ ਨੇ, ਕੋਈ ਦੁਕਾਨਦਾਰ ਹੈ, ਕੋਈ ਦਿਹਾੜੀ ਵਗੈਰਾ ਕਰਦਾ, ਇਹ ਹੈਗਾ। ਬੀਤੇ ਦਿਨੀ ਬਿਕਰਮਜੀਤ ਮਜੀਠੀਆ ਨੂੰ ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ ਲਿਆਂਦਾ ਗਿਆ ਸੀ, ਜਿਸ ਤੋਂ ਬਾਅਦ ਅੱਜ ਸਵੇਰੇ ਤੋਂ ਹੀ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ ਸ਼ੁਰੂ ਹੋ ਗਏ ਹਨ। ਜ਼ਿਕਰ ਹੋਇਆ ਕਿ ਅੱਜ ਅਗਾਊਂ ਜ਼ਮਾਨਤ ਲਈ ਬਿਕਰਮਜੀਤ ਸਿੰਘ ਮਜੀਠੀਆ ਦੀ ਕੋਰਟ ਦੇ ਵਿੱਚ ਪੇਸ਼ੀ ਹੈ। ਬਿਕਰਮਜੀਤ ਮਜੀਠੀਆ ਦੇ ਹੱਕ ਦੇ ਵਿੱਚ ਅੱਜ ਵਿਸ਼ੇਸ਼ ਤੌਰ ਤੇ ਹਰਪਾਲ ਜਨੇਜਾ, ਪਟਿਆਲਾ ਸ਼ਹਿਰੀ ਹਰਿੰਦਰਪਾਲ ਸਿੰਘ ਚੰਦੂ ਮਾਜਰਾ, ਉਮੀਦਵਾਰ ਹਲਕਾ ਸਨੌਰ ਵਿਸ਼ੇਸ਼ ਤੌਰ ਤੇ ਪਹੁੰਚੇ। ਮੀਡੀਆ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਇਹ ਸਾਰਾ ਮਾਮਲਾ ਰਾਜਨੀਤੀ ਤੋਂ ਪ੍ਰੇਰਿਤ ਹੈ। ਲੋਕਾਂ ਦੇ ਮਨਾਂ ਵਿੱਚ ਵੀ ਸਪਸ਼ਟ ਹੋ ਗਿਆ ਵੀ ਜਿਸ ਤਰੀਕੇ ਦੇ ਨਾਲ ਜਾਂਦੀ ਸਰਕਾਰ ਨੇ ਕੇਵਲ ਆਪ ਦੀ ਹਉਮੈ ਭਗਾਉਣ ਦੇ ਲਈ ਮਜੀਠੀਆ ਸਾਹਿਬ ਦੇ ਵਿਰੁੱਧ ਪਰਚਾ ਦਰਜ ਕੀਤਾ ਸੀ, ਕਿੰਨੇ ਡੀਜੀਪੀ ਬਦਲਤੇ, ਕਿੰਨੇ ਅਧਿਕਾਰੀ ਬਦਲਤੇ, ਸਾਰੇ ਕਾਨੂੰਨ ਛਿੱਕੇ ਤੇ ਟੰਗ ਕੇ ਇੱਕ ਗਲਤ ਪ੍ਰੈਸੀਡੈਂਟ ਜਿਹੜਾ ਸੈੱਟ ਕੀਤਾ ਤੇ ਲੋਕਾਂ ਦੇ ਮਨਾਂ ਵਿੱਚ ਵੀ ਗੱਲ ਕਲੀਅਰ ਆ ਤੇ ਜੁਡੀਸ਼ਰੀ ਦੇ ਮਨ ਦੇ ਵਿੱਚ ਵੀ ਸਾਨੂੰ ਉਮੀਦ ਆ ਵੀ ਜਲਦੀ ਇਨਸਾਫ ਮਿਲੂਗਾ। ਇਹ ਠੀਕ ਆ, ਇੱਕ ਪ੍ਰੋਸੀਜਰ ਹੁੰਦਾ ਹੈ, ਉਹ ਪ੍ਰੋਸੀਜਰ ਦੇ ਤਹਿਤ ਜੁਡੀਸ਼ੀਅਲ ਰਿਮਾਂਡ ਆਉਣਾ ਹੀ ਆਉਣਾ ਸੀਗਾ ਤੇ ਉਹਦੇ ਅਧੀਨ ਇਹ ਆਏ ਤੇ ਆਪ ਸਰੈਂਡਰ ਕੀਤਾ ਕਾਨੂੰਨ ਦੇ ਵਿੱਚ ਭਰੋਸਾ ਪ੍ਰਗਟ ਕਰਕੇ ਤੇ ਜਲਦੀ ਮੈਂ ਸਮਝਦਾ ਵੀ ਇਨਸਾਫ ਮਿਲ ਜੂਗਾ ਕਿਉਂਕਿ ਕੇਸ ਦੇ ਵਿੱਚ ਹੈ ਹੀ ਕੁਛ ਨਹੀਂ। ਹਰ ਇੱਕ ਮੈਂ ਸਮਝਦਾ ਮੀਡੀਆ ਤੋਂ ਲੈ ਕੇ ਇੱਕ ਆਮ ਵਿਅਕਤੀ ਨੂੰ ਵੀ ਪਤਾ। ਸੋ ਸਭ ਤੋਂ ਵੱਡੀ ਗੱਲ ਆ ਵੀ ਜਿਸ ਤਰੀਕੇ ਦੇ ਨਾਲ ਇਹ ਸੋਚਦੇ ਸੀ ਵੀ ਅਕਾਲੀਆਂ ਨੂੰ ਇੱਦਾਂ ਦਬਾਇਆ ਜਾ ਸਕਦਾ, ਸਦਾ ਬਿਕਰਮ ਸਿੰਘ ਮਜੀਠੀਆ ਨੇ ਜਿਸ ਤਰੀਕੇ ਦੇ ਨਾਲ ਚੜ੍ਹਦੀ ਕਲਾ ਦੇ ਵਿੱਚ ਜੈਕਾਰਾ ਬੁਲਾਇਆ ਇਸ ਸਾਰੇ ਮਾਹੌਲ ਦੇ ਵਿੱਚ, ਇਸ ਸਾਰੀ ਧੱਕੇਸ਼ਾਹੀ ਦੇ ਵਿਰੋਧ ਦੇ ਵਿੱਚ, ਉਹਨੇ ਇੱਕ ਵਾਰੀ ਫੇਰ ਅਕਾਲੀਆਂ ਦੇ ਬੁਲੰਦ ਹੌਸਲੇ ਦੀ ਜਿਹੜੀ ਮਿਸਾਲ ਆ ਉਹ ਪੇਸ਼ ਕੀਤੀ ਆ। ਸੋ ਖਾਸ ਤੌਰ ਦੇ ਉੱਤੇ ਮੇਰੀ ਦੇਖੋ
ਇਹਦੇ ਤੇ ਕੋਈ ਨਾ ਕੋਈ ਸਿਸਟਮ, ਕੋਈ ਨਾ ਕੋਈ ਐਕਸ਼ਨ ਵੀ NDPS ਵਰਗੇ ਕਾਨੂੰਨਾਂ ਨੂੰ ਜੇ ਇਸ ਤਰੀਕੇ ਦੇ ਨਾਲ ਮਿਸਯੂਜ਼ ਕੀਤਾ ਜਾਣ ਲੱਗਿਆ ਤਾਂ ਇਹ ਤਾਂ ਇੱਕ ਪੋਲੀਟੀਕਲ ਫਿਗਰ ਨਹੀਂ, ਇੱਕ ਪ੍ਰੋਮੀਨੈਂਟ ਫਿਗਰ ਆ। ਆਮ ਲੋਕ ਇਸ ਤਰੀਕੇ ਦੇ ਵਿੱਚ ਇਸ ਕੜੀ ਦੇ ਵਿੱਚ ਬੁਰੀ ਤਰ੍ਹਾਂ ਨਾਲ ਪਿੱਛੇ ਜਾਣਗੇ। ਸੋ ਇਹ ਤੇ ਰੋਕ ਲੱਗਣੀ ਚਾਹੀਦੀ ਆ, ਕੋਈ ਨਾ ਕੋਈ ਸਿਸਟਮ ਇਦਾਂ ਦਾ ਬਣਾਉਣਾ ਚਾਹੀਦਾ ਕਿ ਘੱਟੋ ਘੱਟ NDPS ਵਰਗਾ ਇੱਕ ਅਹਿਮ ਕਾਨੂੰਨ ਉਹਨੂੰ ਪੋਲੀਟੀਕਲ ਮਾਈਲੇਜ ਲਈ ਨਾ ਇਦਾਂ ਵਰਤਿਆ ਜਾਵੇ। ਬੀਤੇ ਕੁਝ ਦਿਨ ਪਹਿਲਾਂ ਕਿਸਾਨਾਂ ਵੱਲੋਂ ਕਾਰਪੋਰੇਸ਼ਨ ਦਫ਼ਤਰ ਵਿਖੇ ਪੁੱਜ ਕੇ ਇੱਕ ਅਰਜ਼ੀ ਦਿੱਤੀ ਗਈ ਸੀ, ਜਿਸ ਵਿੱਚ ਇਹ ਲਿਖਿਆ ਗਿਆ ਸੀ ਕਿ ਅਸੀਂ ਕਿਹਾ ਹੈ ਕਿ ਕਾਰਪੋਰੇਸ਼ਨ ਵੱਲੋਂ ਜੋ ਉਹਨਾਂ ਨੂੰ ਜਮਸ਼ੇਰ ਖਾਸ ਵਿਖੇ ਚਾਰਾ ਮੰਡੀ ਦਿੱਤੀ ਹੋਈ ਉਸ ਨੂੰ ਕਾਰਪੋਰੇਸ਼ਨ ਹੁਣ ਕਿਤੇ ਹੋਰ ਸ਼ਿਫਟ ਕਰਨ ਜਾ ਰਹੀ ਹੈ, ਜਿਸ ਦੇ ਕਾਰਨ ਕਿਸਾਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਲਗਾਤਾਰ 50,000 ਤੋਂ ਵੀ ਵੱਧ ਗਾਵਾਂ ਦਾ ਉੱਥੇ ਚਾਰਾ ਆਉਂਦਾ ਹੈ ਤੇ ਸਾਰੇ ਹੀ ਕਿਸਾਨ ਆਪਣੀਆਂ ਗਾਵਾਂ ਦੇ ਚਾਰੇ ਦੇ ਲਈ ਇਸੇ ਚਾਰਾ ਮੰਡੀ ਤੇ ਨਿਰਭਰ ਹਨ। ਸਰਕਾਰ ਵੱਲੋਂ ਪਹਿਲਾਂ ਸ਼ਹਿਰਾਂ ਵਿੱਚੋਂ ਗਾਵਾਂ ਨੂੰ ਕੱਢ ਕੇ ਜਮਸ਼ੇਰ ਖਾਸ ਵਿਖੇ ਇੱਕ ਅਲੱਗ ਤੋਂ ਜਗ੍ਹਾ ਦਿੱਤੀ ਗਈ ਸੀ ਅਤੇ ਚਾਰੇ ਮੰਡੀ ਦੇ ਲਈ ਜਗ੍ਹਾ ਦਿੱਤੀ ਗਈ ਸੀ, ਜਿਸ ਤੋਂ ਬਾਅਦ ਹੁਣ ਕਾਰਪੋਰੇਸ਼ਨ ਵੱਲੋਂ ਇਸ ਮੰਡੀ ਨੂੰ ਹੁਣ ਕਿਤੇ ਹੋਰ ਸ਼ਿਫਟ ਕੀਤਾ ਜਾ ਰਿਹਾ ਤੇ ਉੱਥੇ ਪਏ ਸ਼ੈੱਡ ਅਤੇ ਟਿਊਬਵੈਲ ਵੀ ਹੁਣ ਬੰਦ ਕਰ ਦਿੱਤੇ ਗਏ ਹਨ। ਪਿੰਡ ਪੱਖੋ ਕਲਾਂ ਦੇ ਬਰਨਾਲਾ ਮਾਨਸਾ ਰੋਡ ਤੇ ਸੰਘਣੀ ਧੁੰਦ ਕਾਰਨ ਵਾਪਰੇ ਦਰਦਨਾਕ ਹਾਦਸੇ 'ਚ ਖੜੇ ਟਰੱਕ ਵਿੱਚ ਮੋਟਰਸਾਈਕਲ ਵੱਜਣ ਨਾਲ ਉਸ ਤੇ ਸਵਾਰ 3 ਨੌਜਵਾਨਾਂ ਦੀ ਮੌਤ ਹੋ ਗਈ। ਘਟਨਾ ਦਾ ਪਤਾ ਲੱਗਦੇ ਹੀ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮਾਨਸਾ ਬਰਨਾਲਾ ਮੁੱਖ ਮਾਰਗ ਤੇ ਟਰੱਕ ਖਰਾਬ ਹੋਇਆ ਖੜਾ ਸੀ, ਜਿਸ ਦਾ ਜੈਕ ਲੱਗਿਆ ਹੋਇਆ ਸੀ। 3 ਨੌਜਵਾਨ ਪਿੰਡ ਪੱਖੋ ਕਲਾਂ ਤੋਂ ਪਿੰਡ ਅਕਾਲੀਆਂ ਵਿਖੇ ਕੰਮ ਸਿੱਖਣ ਲਈ ਜਾ ਰਹੇ ਸਨ, ਪਰ ਜ਼ਿਆਦਾ ਧੁੰਦ ਹੋਣ ਕਾਰਨ ਮੋਟਰਸਾਈਕਲ ਖੜੇ ਟਰੱਕ ਵਿੱਚ ਵੱਜਣ ਕਾਰਨ ਜਸਪ੍ਰੀਤ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਪੱਖੋ ਕਲਾਂ, ਸਨੀ ਪੁੱਤਰ ਕਰਮ ਸਿੰਘ ਵਾਸੀ ਰੜ ਦੀ ਮੌਕੇ ਤੇ ਹੀ ਮੌਤ ਹੋ ਗਈ। ਜਸਵਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਅਕਲੀਆਂ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ, ਜਿਸ ਨੂੰ ਤੁਰੰਤ ਸਿਵਲ ਹਸਪਤਾਲ ਮਾਨਸਾ ਭੇਜਿਆ ਜਾ ਰਿਹਾ ਸੀ, ਪਰ ਜ਼ਖਮਾਂ ਦੀ ਤਾਬ ਨਾ ਚੱਲਦੇ ਹੋਏ ਉਹ ਵੀ ਦਮ ਤੋੜ ਗਿਆ। ਆਦਮੀ ਤੋਂ ਕਿੰਨਰ ਬਣਿਆ ਵਿਸ਼ਾਲ ਖੰਨਾ ਉਰਫ ਬੱਬਲ, ਜੋ ਪਹਿਲਾਂ ਡਰੱਗ ਮਾਮਲੇ ਵਿੱਚ ਜੇਲ੍ਹ ਦੀ ਲੰਬੀ ਹਵਾ ਖਾ ਚੁੱਕਾ ਹੈ, ਅੱਜ ਉਹ ਜ਼ਮਾਨਤ ਤੋਂ ਬਾਹਰ ਆਇਆ ਹੋਇਆ ਹੈ, ਜਿਸ ਨੇ ਗੁੰਡਾਗਰਦੀ ਦੇ ਜ਼ੋਰ ਤੇ ਕਿੰਨਰ ਸਮਾਜ ਨੂੰ ਬੇहद ਪਰੇਸ਼ਾਨ ਕੀਤਾ ਹੋਇਆ ਤੇ ਕਿੰਨਰਾਂ ਨੂੰ ਰੋਜ਼ੀ ਰੋਟੀ ਦੇ ਲਾਲੇ ਤੱਕ ਪੈ ਗਏ ਹਨ, ਕਿਉਂਕਿ ਰੀਨਾ ਮਹੰਤ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲ ਰਹੀਆਂ ਹਨ। ਇਸ ਸਬੰਧ ਵਿੱਚ ਕਪੂਰਥਲਾ ਥਾਣੇ ਵਿੱਚ ਇੱਕ ਸ਼ਿਕਾਇਤ ਵੀ ਕੀਤੀ ਗਈ ਹੈ ਤੇ ਅੱਜ ਇੱਕ ਪ੍ਰੈਸ ਕਾਨਫਰੰਸ ਕਰਕੇ ਇਨਸਾਫ ਦੀ ਗੁਹਾਰ ਵੀ ਲਗਾਈ ਹੈ। ਰੀਨਾ ਮਹੰਤ, ਰੀਨਾ ਉਲਫ ਮਿੰਟੂ। ਹਾਂਜੀ, ਜਿਹੜੀ ਤੁਸੀਂ ਅੱਜ ਪ੍ਰੈਸ ਮੀਟ ਕੀਤੀ ਹੈ, ਹਾਂਜੀ, ਕਾਰਨ ਵੀਰ ਜੀ ਇਹ ਹੈ, ਇਹ ਕਿਹੜਾ ਬੱਬਲ ਆ, ਵਿਸ਼ਾਲ ਖੰਨਾ ਉਲਫ ਬੱਬਲ, ਇਸ ਬੰਦੇ ਕੋ ਅਸੀਂ ਇੰਨੇ ਕੁ ਪਰੇਸ਼ਾਨ ਹੋ ਚੁੱਕੇ ਹਾਂ। ਸਾਡੇ ਇਲਾਕੇ ਦੇ ਉੱਤੇ ਕਬਜ਼ਾ ਕਰਕੇ ਬੈਠਾ ਹੋਇਆ ਹੈ ਔਰ ਮੈਂ ਕਿਸੇ ਏਰੀਏ 'ਚ ਜਾਨੀ ਹਾਂ, ਮੇਰਾ ਗੁੰਡਾਗਰਦੀ ਕਰਦਾ ਔਰ ਮੈਂ ਲੜਨ ਜੋਗੀ ਦੇ ਨਾਲ ਹੈ ਨਹੀਂ ਗੀ, ਠੀਕ ਹੈ। ਇੱਕ ਮੇਰਾ ਹੱਥ ਨਹੀਂ ਚੱਲਦਾ, ਆਹ ਦੇਖੋ, ਔਰ ਇਹ ਲੜਾਈਆਂ ਝਗੜਿਆਂ 'ਚ ਸਾਡੇ ਹੱਥ ਵੀ ਵੜ ਦਿੱਤੇ ਗਏ। ਇਹ ਕਰਦਾ ਬਮਾਚੀ ਟੈਪ ਤੇ ਇਹਨੇ ਮੈਨੂੰ ਪਰੇਸ਼ਾਨ ਬਹੁਤ ਕੀਤਾ। ਪਹਿਲਾਂ ਇਹ ਨੌਕਰੀ ਕਰਦਾ ਸੀ, ਸਰਕਾਰੀ ਪੰਪ ਤੇ ਲੱਗਾ ਹੋਇਆ ਸੀ, ਉੱਥੋਂ ਨੌਕਰੀ ਛੱਡ ਕੇ ਇਹਨੇ ਹੁਣ ਪਿੰਡ, ਸਾਡੇ ਪਿੰਡਾਂ 'ਚ ਕਬਜ਼ਾ ਕਰਨ ਦੇ ਮਾਰੇ ਨੇ ਹੁਣ ਜਾਣ ਕੇ ਸਾਡਾ ਭੇਸ ਲੈ ਕੇ ਬੈਠਾ ਹੋਇਆ ਹੈ। ਪਰ ਅਸੀਂ ਤੋਂ ਪਰੇਸ਼ਾਨ ਬਹੁਤ ਆ, ਇਹ ਸਾਨੂੰ ਦੁਖੀ ਕਰ ਰਿਹਾ ਔਰ ਮੇਰੀ ਜਾਨ ਮਾਰਨ ਦਾ ਖਤਰਾ ਆ ਮੈਨੂੰ ਇਹ ਤੋਂ। ਇਹ ਕਿੱਥੇ ਦਾ ਰਹਿਣ ਵਾਲਾ? ਇਹ ਮਾਰਗ ਫੈਡ ਕੰਮ ਕੰਮ ਇਹਦਾ ਹੈਗਾ ਆਹ ਹੀ ਆਪਣਾ ਨੱਚਣ ਗਾਉਣ ਦਾ ਕੰਮ ਕਰਦਾ ਸੀ, ਨਕਲਾਂ ਦੀ ਪਾਰਟੀ ਸੀ। ਹੁਣ ਇਹ ਮੰਤ ਬਣਿਆ ਹੋਇਆ, ਕਹਿੰਦਾ ਮੈਂ ਮੰਤ ਆ, ਪਰ ਇਹ ਬਾਲ ਬੱਚੇ ਵਾਲਾ ਆ, ਇਹਦੀ ਵਹੁਟੀ ਆ ਘਰੇ, ਇਹਦਾ ਮੁੰਡਾ ਬਾਹਰ ਭੇਜਿਆ ਪਿਆ ਆ ਤੇ ਇੰਨਾ ਕਿ ਸਾਨੂੰ ਇਹ ਦੁਖੀ ਕੀਤਾ ਪਿਆ। ਇਹ ਕੋਈ ਮੰਤ ਮੁੰਤ ਕੋਈ ਨਹੀਂ ਹੈਗਾ। ਉਹ ਵੀ ਇਹਦੇ ਨਾਲ ਰਹਿੰਦੇ ਵੋਟੀ? ਹਾਂਜੀ, ਵਹੁਟੀ ਵੀ ਨਾਲ ਰਹਿੰਦੀ, ਇਹਦਾ ਇੱਕ ਭਰਾ ਰਹਿੰਦਾ ਨਾਲ, ਉਹ ਸਿਆਣਪਨ ਕਰਦਾ, ਟੂਣੇ ਠੱਪਰ ਕਰਦਾ ਇਹਦਾ ਭਰਾ, ਉਹਦੇ ਨਾਲ ਰਹਿੰਦਾ। ਮੁੰਡਾ ਬਾਹਰ ਭੇਜਿਆ ਪਿਆ, ਮੁੰਡਾ ਜਵਾਨ ਹੈ, ਇਹਦਾ ਵਿਆਹੁਣ ਵਾਲਾ ਹੋਇਆ ਹੈ ਮੁੰਡਾ। ਅੱਜ ਇੱਥੇ ਮੇਨ ਰੋਡ ਬੱਸ ਸਟੈਂਡ ਬਾਬਾ ਬਕਾਲਾ ਸਾਹਿਬ ਨਜ਼ਦੀਕ ਪੈਂਦੀ ਪੰਜਾਬ ਨੈਸ਼ਨਲ ਬੈਂਕ ਤੋਂ 4 ਹਥਿਆਰਬੰਦ ਲੁਟੇਰਿਆਂ ਵੱਲੋਂ ਲੁੱਟਣ ਦੀ ਕੋਸ਼ਿਸ਼ ਨਾਕਾਮ ਹੋਣ ਦਾ ਸਮਾਚਾਰ ਹੈ। ਮੌਕੇ ਤੇ ਜਾ ਕੇ ਪ੍ਰਾਪਤ ਜਾਣਕਾਰੀ ਅਨੁਸਾਰ ਮੋਟਰਸਾਈਕਲ ਤੇ ਸਵਾਰ ਕੁਝ ਹਥਿਆਰਬੰਦ ਲੁਟੇਰਿਆਂ ਨੇ ਦੁਪਹਿਰ 1 ਵਜੇ ਦੇ ਕਰੀਬ ਕੁਝ ਹਥਿਆਰਬੰਦ ਵਿਅਕਤੀ ਪੰਜਾਬ ਨੈਸ਼ਨਲ ਬੈਂਕ ਅੰਦਰ ਗਏ ਅਤੇ ਬੈਂਕ ਲੁੱਟਣ ਦੇ ਮਨੋਰਥ ਤਹਿਤ ਉਹਨਾਂ ਜਦੋਂ ਪਿਸਤੌਲ ਕੱਢਿਆ ਤਾਂ ਖਜ਼ਾਨਚੀ ਪਲਵਿੰਦਰ ਸਿੰਘ ਵੱਲੋਂ ਇੱਕ ਨੂੰ ਜੱਫਾ ਮਾਰ ਲਿਆ ਗਿਆ। ਜਦੋਂ ਦੂਸਰੇ ਗੋਲੀ ਚਲਾਉਣ ਲੱਗਾ ਤਾਂ ਉਸ ਵੱਲੋਂ ਗੋਲੀ ਚੱਲ ਨਾ ਸਕੀ ਤਾਂ ਇੰਨੇ ਨੂੰ ਰੋਲਾ ਪੈਣ ਤੇ ਤਿੰਨੋਂ ਲੁਟੇਰੇ ਭੱਜਣ ਵਿੱਚ ਕਾਮਯਾਬ ਹੋ ਗਏ, ਜਦਕਿ ਇੱਕ ਲੁਟੇਰਾ ਕਾਬੂ ਵਿੱਚ ਆ ਗਿਆ। ਯੂਕਰੇਨ ਅਤੇ ਰੂਸ ਦੀ ਲੜਾਈ ਵਿੱਚ ਕਈ ਭਾਰਤੀ ਫਸੇ ਹੋਏ ਹਨ, ਜਿਨ੍ਹਾਂ ਦੇ ਪਰਿਵਾਰ ਆਪਣੇ ਬੱਚਿਆਂ ਦੀ ਵਾਪਸੀ ਦਾ ਇੰਤਜ਼ਾਰ ਕਰ ਰਹੇ ਹਨ। ਬਰਨਾਲਾ ਜ਼ਿਲ੍ਹੇ ਦੇ ਤਪਾ ਮੰਡੀ ਦੇ 2 ਵਿਦਿਆਰਥੀ ਜੋ ਯੂਕਰੇਨ ਦੇ ਵਿੱਚ MBBS ਦੀ ਪੜ੍ਹਾਈ ਕਰ ਰਹੇ ਹਨ, ਉਹ ਵੀ ਉੱਥੇ ਫਸੇ ਹੋਏ ਹਨ। ਅੱਜ ਉਹਨਾਂ ਦੇ ਪਰਿਵਾਰਾਂ ਨਾਲ ਗੱਲ ਕੀਤੀ ਤਾਂ ਉਹਨਾਂ ਦੇ ਪਰਿਵਾਰਾਂ ਦਾ ਰੋ ਕੇ ਬੁਰਾ ਹਾਲ ਹੋ ਗਿਆ। ਉਹਨਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਮੰਗ ਕੀਤੀ ਹੈ ਕਿ ਬੱਚਿਆਂ ਨੂੰ ਜਲਦੀ ਤੋਂ ਜਲਦੀ ਭਾਰਤ ਵਾਪਸ ਲਿਆਂਦਾ ਜਾਵੇ। ਰੂਸ ਅਤੇ ਯੂਕਰੇਨ ਵਿੱਚ ਚੱਲ ਰਹੀ ਜੰਗ ਦੇ ਵਿਚਾਲੇ ਉੱਥੇ ਫਸੇ ਭਾਰਤੀ ਲੋਕਾਂ ਵਿੱਚ ਭਾਰੀ ਡਰ ਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਯੂਕਰੇਨ ਦੇ ਇੱਕ ਸ਼ਹਿਰ ਵਿੱਚ
ਜੰਗੀ ਹਾਲਾਤ ਦੌਰਾਨ ਅਜਨਾਲਾ ਨਾਲ ਸੰਬੰਧਿਤ ਇੱਕ ਵਿਦਿਆਰਥਣ ਵੀ ਉੱਥੇ ਰਹਿ ਰਹੀ ਹੈ। 9 ਵਿਦਿਆਰਥੀ ਦਮਨ ਨੇ ਵੀਡੀਓ ਕਾਲ ਜ਼ਰੀਏ ਵਿਸ਼ੇਸ਼ ਗੱਲਬਾਤ ਕਰਦਿਆਂ ਭਾਰਤ ਸਰਕਾਰ ਕੋਲੋਂ ਮੰਗ ਕੀਤੀ ਕਿ ਉਹਨਾਂ ਨੂੰ ਤੁਰੰਤ ਸੁਰੱਖਿਅਤ ਭਾਰਤ ਵਾਪਸ ਲਿਆਂਦਾ ਜਾਵੇ। ਦੂਜੇ ਪਾਸੇ ਉਕਤ ਵਿਦਿਆਰਥਣ ਦੇ ਮਾਤਾ-ਪਿਤਾ ਨੇ ਵੀ ਸਰਕਾਰ ਕੋਲੋਂ ਗੁਹਾਰ ਲਗਾਈ ਹੈ ਕਿ ਉਹਨਾਂ ਦੀ ਧੀ ਜੋ ਕਿ 5 ਸਾਲ ਪਹਿਲਾਂ ਉੱਥੇ ਪੜਨ ਵਾਸਤੇ ਗਈ ਸੀ ਨੂੰ ਵਾਪਸ ਲਿਆਉਣ ਵਿੱਚ ਤੁਰੰਤ ਲੋੜੀਂਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਯੂਕਰੇਨ ਅਤੇ ਰੂਸ ਵਿਚਕਾਰ ਚੱਲ ਰਹੀ ਜੰਗ ਭਿਆਨਕ ਰੂਪ ਧਾਰਨ ਕਰਦੀ ਜਾ ਰਹੀ ਹੈ ਤੇ ਦੂਜੇ ਪਾਸੇ ਯੂਕਰੇਨ ਵਿੱਚ ਫਸੇ ਭਾਰਤ ਦੇ ਵਿਦਿਆਰਥੀਆਂ ਵੱਲੋਂ ਲਗਾਤਾਰ ਭਾਰਤ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਜਲਦ ਤੋਂ ਜਲਦ ਯੂਕਰੇਨ ਵਿੱਚ ਕੱਢਿਆ ਜਾਵੇ। ਗੁਰਦਾਸਪੁਰ ਦੀ ਲੜਕੀ ਦਿਵਿਆ ਨੇ ਅੱਜ ਭਾਰਤ ਪਹੁੰਚਣਾ ਸੀ, ਪਰ ਜਦੋਂ ਯੂਕਰੇਨ ਤੋਂ ਕੀਵ ਪਹੁੰਚੀ ਤਾਂ ਇੱਕਦਮ ਬੰਬਾਰੀ ਹੋ ਗਈ ਅਤੇ ਹਵਾਈ ਅੱਡੇ ਤਬਾਹ ਹੋਣ ਨਾਲ ਉਹ ਉੱਥੇ ਹੀ ਫਸ ਗਈ। ਪਰਿਵਾਰ ਨੇ ਸਨੀ ਦਿਓਲ ਦੀ ਮਦਦ ਨਾਲ ਆਪਣੀ ਲੜਕੀ ਨੂੰ ਭਾਰਤੀ ਐਮਬੈਸੀ ਰਾਹੀਂ ਉਸ ਨੂੰ ਇੱਕ ਨੇੜੇ ਦੇ ਕਾਲਜ ਵਿੱਚ ਬਣਾਏ ਸ਼ੈਲਟਰ ਹੋਮ ਵਿੱਚ ਭੇਜ ਦਿੱਤਾ ਹੈ, ਜਿੱਥੇ ਉਸ ਨੂੰ ਵੀਡੀਓ ਕਾਲ ਰਾਹੀਂ ਸਾਰੀ ਸਥਿਤੀ ਦੱਸੀ। मेरा नाम राम कुमार है, गुरदासपुर के रहने वाले हैं और मेरी बेटी दिव्या वो यूक्रेन च स्टडी करते पे ने MBBS 4th ईयर चलता पे। टर्नोपिल स्टेट मैडिकल यूनिवर्सिटी स्टडी करते पे ने। उन्होंने 24 तरीक को फ्लाई करना है एज पर प्लान, बुकिंग सी उन्हों की एयर इंडिया के थ्रू। ਉਹ ਆਲਰੇਡੀ ਟਰਨੋਪਿਲ ਤੋਂ ਟਰੈਵਲ ਕਰਕੇ ਕੀਵ 'ਚ ਆ ਗਏ ਸੀਗੇ। ਕੀਵ 'ਚ ਉਹਨਾਂ ਦੀ ਫਲਾਈਟ ਸੀਗੀ। ਜਿਵੇਂ ਮਾਰਨਿੰਗ ਕੀਵ ਪਹੁੰਚੇ ਤੇ ਪਤਾ ਲੱਗ ਗਿਆ ਕਿ ਉੱਥੇ ਅਟੈਕ ਹੋ ਗਿਆ, ਪੈਨਿਕ ਸਿਚੁਏਸ਼ਨ। ਚਲੋ ਬੱਚਿਆਂ ਨੂੰ ਮੋਟੀਵੇਟ ਕੀਤਾ, ਬੱਚਿਆਂ ਨੇ ਇੱਕ ਦੂਜੇ ਨਾਲ ਕੰਟੈਕਟ ਕੀਤਾ, ਉਹਨਾਂ ਨੂੰ ਉੱਥੇ ਪਹਿਲੇ ਸਟਾਪ ਕੀਤਾ ਕਿ ਤੁਸੀਂ ਰੇਲਵੇ ਸਟੇਸ਼ਨ 'ਤੇ ਰਹੋ। ਫਿਰ ਸਭ ਤੋਂ ਬੈਸਟ ਸੇਫੈਸਟ ਪਲੇਸ ਜਿਹੜੀ ਲੱਗੀ ਸੀਗੀ ਹੋ ਗਈ ਇੰਡੀਅਨ ਐਮਬੈਸੀ। ਸਮਹਾਓ ਚਲੋ ਇੰਡੀਅਨ ਐਮਬੈਸੀ ਨੂੰ ਕੰਟੈਕਟ ਕੀਤਾ, ਬੱਚਿਆਂ ਨੇ ਵੀ ਕੀਤਾ, ਮੈਂ ਵੀ ਆਪਣੇ ਰਿਸੋਰਸਿਸ ਯੂਜ਼ ਕੀਤੇ। ਉਹਨਾਂ ਨੇ ਕਿਹਾ ਕਿ ਚਲੋ ਜਸਟ ਸਟੇ ਦੇਰ, ਉੱਥੇ ਹੀ ਰਹੋ ਤੁਸੀਂ ਬੱਚਿਓ, ਅਸੀਂ ਅਰੇਂਜ ਕਰਦੇ ਹਾਂ ਟਰਾਂਸਪੋਰਟੇਸ਼ਨ। 3-4 ਘੰਟੇ ਹੋਏ, ਕੋਈ ਟਰਾਂਸਪੋਰਟੇਸ਼ਨ ਅਰੇਂਜ ਨਹੀਂ ਹੋਈ। ਤੇ ਮੈਂ ਵੀ ਆਪਣੇ ਏਰੀਆ MP ਸ਼੍ਰੀ ਸਨੀ ਦਿਓਲ ਜੀ ਨੂੰ ਵੀ ਲੈਟਰ ਲਿਖੀ ਸੀਗੀ, ਉਹਨਾਂ ਨੇ ਵੀ ਅੱਗੇ ਫਾਰਵਰਡ ਕੀਤੀ। ਉਹਨਾਂ ਨੇ ਵੀ ਆਪਣੇ ਗਵਰਨਮੈਂਟ ਆਫ ਇੰਡੀਆ ਸੈਂਟਰਲ ਨੂੰ ਰਿਕੁਐਸਟ ਕੀਤੀ, ਐਮਬੈਸੀ ਵੀ ਉਹਨਾਂ ਨੇ ਜ਼ਰੂਰ ਆਈ ਥਿੰਕ ਡੈਫੀਨੇਟਲੀ ਕੋਆਰਡੀਨੇਟ ਕੀਤਾ ਹੋਵੇਗਾ। ਤੇ ਉਹਨਾਂ ਨੇ ਕੋਆਰਡੀਨੇਟ ਕੀਤਾ ਮੇਰੀ ਬੇਟੀ ਨੂੰ ਵੀ ਸਿਚੁਏਸ਼ਨ ਅਸੈਸ ਕਰਨ ਵਾਸਤੇ। ਚਲੋ ਮੋਰਲ ਸਪੋਰਟ ਵੀ ਉਹਨਾਂ ਦਿੱਤੀ ਕਿ ਬੇਟਾ ਘਬਰਾਉਣਾ ਨਹੀਂ ਹੈ। ਮੈਂ ਵੀ ਆਪਣੇ ਬੱਚੇ ਨੂੰ ਕਿਹਾ ਬੇਟਾ ਘਬਰਾਉਣਾ ਨਹੀਂ ਹੈ, ਪਹਿਲੇ ਤਾਂ ਪੈਨਿਕ ਨਹੀਂ ਹੋਣਾ, ਸਟਰੋਂਗ ਰਹੋ। ਕ੍ਰਾਈਸਿਸ ਦੇ ਵਿੱਚ ਸਟਰੋਂਗ ਹੋਣੇ ਪੈਂਦਾ। ਤੇ ਹੋਰ ਬੱਚਿਆਂ ਨੂੰ ਵੀ ਤੁਸੀਂ ਕਹੋ ਕਿ ਪੈਨਿਕ ਨਹੀਂ ਹੋਣਾ ਤੇ ਤੁਸੀਂ ਐਮਬੈਸੀ ਪਹੁੰਚੋ। ਹੁਣ ਜੇ ਆਲਰੇਡੀ ਵੇਟ ਕੀਤੀ ਹੈ, ਕੋਈ ਰਿਸੋਰਸ ਨਹੀਂ ਆਇਆ ਉਹਨਾਂ ਦਾ, ਕੋਈ ਟਰਾਂਸਪੋਰਟੇਸ਼ਨ ਅਰੇਂਜ ਨਹੀਂ ਹੋਈ, ਤੇ ਤੁਸੀਂ ਇਨੀਸ਼ੀਏਟਿਵ ਲਓ, ਤੁਸੀਂ ਪਹੁੰਚੋ ਐਮਬੈਸੀ। ਚਲੋ ਬੱਚਿਆਂ ਨੇ ਫਿਰ ਆਲ ਟੂਗੈਦਰ ਇਨੀਸ਼ੀਏਟਿਵ ਲਿਆ ਤੇ ਐਮਬੈਸੀ ਪਹੁੰਚ ਗਏ। ਤੇ ਚਲੋ ਥੈਂਕਫੁਲ ਟੂ ਮਾਈ ਗਵਰਨਮੈਂਟ ਇੰਡੀਆ, ਥੈਂਕਫੁਲ ਟੂ ਐਮਬੈਸੀ, ਇੰਡੀਅਨ ਐਮਬੈਸੀ ਇਨ ਯੂਕਰੇਨ। ਉਹਨਾਂ ਨੇ ਐਟਲੀਸਟ ਇਮੀਡੀਏਟ ਸ਼ੈਲਟਰ ਦੇ ਦਿੱਤਾ, ਲਾਗੇ ਸਕੂਲ ਸੀਗਾ, ਸਕੂਲ ਖੁਲਵਾ ਕੇ ਹਾਲ ਦੇ ਵਿੱਚ ਉਹਨਾਂ ਨੇ ਬੱਚੇ ਗੈਦਰਿੰਗ ਕਰਵਾ ਦਿੱਤੀ। ਉਸ ਤੋਂ ਬਾਅਦ ਚਲੋ ਟਾਈਮ ਟੂ ਟਾਈਮ ਮੈਂ ਵੀ ਫਿਰ ਗਵਰਨਮੈਂਟ ਆਫ ਐਮਬੈਸੀ ਜਿਹੜੀ ਸਾਡੀ ਇੰਡੀਅਨ ਗਵਰਨਮੈਂਟ ਦੀ, ਉਹਨਾਂ ਦੇ ਨਾਲ ਮੈਂ ਇਨ ਟੱਚ ਰਿਹਾ, ਈਮੇਲ ਪਾਉਂਦਾ ਰਿਹਾ, ਰਿਕੁਐਸਟ ਪਾਉਂਦਾ ਰਿਹਾ। ਉਹਨਾਂ ਨੇ ਵੀ ਇੱਕ ਅੱਛਾ ਰਿਸਪੌਂਸ ਦਿੱਤਾ, ਬੱਚਿਆਂ ਨੂੰ ਜਾ ਕੇ ਮਿਲੇ ਵੀ, ਥੋੜ੍ਹਾ ਬੱਚਿਆਂ ਦਾ ਉਹਨਾਂ ਨੂੰ ਹੌਸਲਾ ਅਫਜ਼ਾਈ ਵੀ ਕੀਤੀ ਵੀ ਚਲੋ ਬੱਚਿਆਂ ਨੈਚੁਰਲ ਮੋਰਲ ਡਰੋਪ ਹੋਏ ਦਾ ਸੀਗਾ, ਵਿਚਾਰੇ ਪੈਨਿਕ ਸਿਚੁਏਸ਼ਨ ਸੀਗੇ। ਤੇ ਉਹਨਾਂ ਨੇ ਜੋ ਵੀ ਸੀਗਾ ਕਰ ਸਕਦੇ ਉਹਨਾਂ ਨੇ ਵਿਚਾਰਿਆਂ ਨੇ ਕੀਤਾ, ਪਾਣੀ ਵਗੈਰਾ ਪੀਣ ਨੂੰ ਦਿੱਤਾ। ਪਹਿਲੀ ਐਡਵਾਈਜ਼ਰੀ ਉਹਨਾਂ ਦੀ ਇਹੀ ਸੀਗੀ ਕਿ ਤੁਸੀਂ ਇੱਥੋਂ ਨਿਕਲੋ, ਇੱਥੇ ਵੀ ਨਾ ਰਹੋ ਤੇ ਤੁਸੀਂ ਹੋਟਲ 'ਚ ਰੈਸਟੋਰੈਂਟਾਂ 'ਚ ਚਲੇ ਜਾਓ। ਮੈਨੂੰ ਮੇਰੀ ਬੇਟੀ ਨੇ ਕਾਲ ਕੀਤਾ ਕਿ ਪਾਪਾ ਇੱਦਾਂ ਐਮਬੈਸੀ ਵਾਲੇ ਤੇ ਇਹ ਕਹਿ ਰਹੇ ਨੇ। ਮੈਂ ਬਿਲਕੁਲ ਟੋਟਲੀ ਰਿਫਿਊਜ਼ ਕੀਤਾ ਕਿ ਨਹੀਂ, ਰਹਿਣਾ ਸਿਰਫ ਗਵਰਨਮੈਂਟ ਦੀ ਆਪਣੀ ਇੰਡੀਅਨ ਗਵਰਨਮੈਂਟ ਕਸਟਡੀ ਵਿੱਚ ਹੀ ਰਹਿਣਾ, ਪ੍ਰਾਈਵੇਟ ਪਲੇਸ ਤੇ ਜਾਣਾ ਹੀ ਨਹੀਂ ਹੈ, ਕਿ ਹੋਰ ਗਵਰਨਮੈਂਟ ਐਸੈਟ ਦੇ ਵਿੱਚ ਰਹਿਣਾ ਹੀ ਨਹੀਂ ਹੈ। ਫਿਰ ਦੁਬਾਰਾ 3-4 ਘੰਟੇ ਬਾਅਦ ਫਿਰ ਉਹਨਾਂ ਨੇ ਕਿਹਾ ਕਿ ਤੁਸੀਂ ਇੱਦਾਂ ਕਰੋ, ਇੱਥੇ ਹੋਰ 10 ਕਿਲੋਮੀਟਰ ਤੇ ਮੈਡੀਕਲ ਵਾਲਿਆਂ ਦੇ ਮੈਡੀਕਲ ਕਾਲਜ ਹੈ ਬਹੁਤ ਵੱਡਾ, ਤੇ ਉਹਨਾਂ ਦੇ ਹੋਸਟਲ 'ਚ ਚਲੇ ਜਾਓ, ਉੱਥੇ ਚਲੇ ਜਾਓ। ਫਿਰ ਮੈਂ ਵੀ ਰਿਫਿਊਜ਼ ਕੀਤਾ, ਮੈਂ ਨਾ ਬਿਲਕੁਲ ਪ੍ਰਾਈਵੇਟਲੀ ਰਹਿਣਾ ਹੀ ਨਹੀਂ ਹੈ ਕਿਤੇ ਵੀ, ਔਰ 10 ਕਿਲੋਮੀਟਰ ਦੇ ਵਿੱਚ ਕੁਝ ਹੋ ਜਾਏ, ਤੁਸੀਂ ਜਾਣਾ ਜਾਣਾ ਬੜਾ ਸੀਰੀਅਸ ਸਿਚੁਏਸ਼ਨ ਆ ਉੱਥੇ। ਵੀ ਕੈਨਟ ਮੂਵ ਨਾਓ, ਕਿਤੇ ਮੂਵ ਕਰਨਾ ਹੀ ਨਹੀਂ ਹੈ, ਜਿੱਥੇ ਹੈ ਬਸ ਇੱਥੇ ਹੀ ਰਹਿਣਾ, ਦੈਟਸ ਆਲ, ਡੇ ਐਂਡ ਨਾਈਟ, ਜਦ ਤੱਕ ਸਾਡੀ ਗਵਰਨਮੈਂਟ ਆਫ ਇੰਡੀਆ ਫਰਦਰ ਪ੍ਰੋਪਰ ਅਫੀਸ਼ੀਅਲ ਅਰੇਂਜ ਨਹੀਂ ਕਰਦੀ। ਬੱਚਿਆਂ ਨੇ ਚਲੋ ਮੇਰੀ ਵੀ ਗੱਲ ਮੰਨ ਲਈ, ਮੈਂ ਕੋਆਰਡੀਨੇਟ ਕਰ ਹੀ ਰਿਹਾ ਸੀਗਾ ਕੰਟੀਨਿਊਸ, ਤੇ ਰਾਤ ਬੱਚਿਆਂ ਦੀ ਕੱਟੇ ਗਈ ਹੈ। ਸਮਹਾਓ ਚਲੋ ਮੈਂ ਰਿਕੁਐਸਟ ਕੀਤੀ ਕੋਈ ਨਾ ਕੋਈ ਵਾਸ਼ਰੂਮ ਵਗੈਰਾ ਦਾ ਬੱਚਿਆਂ ਦੇ ਫਰੈਸ਼ਨੈਸ ਦਾ ਅਰੇਂਜ ਕੀਤਾ ਜਾਵੇ, ਕੋਈ ਪਾਣੀ ਵਗੈਰਾ ਦੀ ਸਹੂਲਤ ਦਿੱਤੀ ਜਾਵੇ, ਕੀਤੀ ਐਮਬੈਸੀ ਵਾਲਿਆਂ ਨੇ। ਮੈਂ ਸੋ ਥੈਂਕਫੁਲ ਟੂ ਆਵਰ ਇੰਡੀਅਨ ਐਮਬੈਸੀ ਐਂਡ ਇਟਸ ਸਟਾਫ ਆਲਸੋ।
ਜਿੰਨਾ ਵੀ ਸਟਾਫ ਐਮਬੈਸੀ ਦਾ, ਸਾਡਾ ਐਮਬੈਸੀਡਰ। ਤੁਹਾਡੇ ਵੱਲੋਂ ਕਿਹਨੂੰ ਅਪੀਲ ਕੀਤੀ ਗਈ ਤੁਹਾਨੂੰ? ਮੈਂ ਜੀ ਸ਼੍ਰੀ ਸਨੀ ਦਿਓਲ ਜੀ ਨੂੰ ਕੀਤੀ ਸੀ ਅਪੀਲ, ਤੇ ਉਹਨਾਂ ਨੇ ਇਨੀਸ਼ੀਏਟਿਵ ਲਿਆ, ਇਮੀਡੀਏਟ ਐਕਟ ਕੀਤਾ। ਸੋ ਥੈਂਕਫੁਲ ਟੂ ਹਿਮ। ਸਾਡੇ ਏਰੀਏ ਦੇ ਗੁਰਦਾਸਪੁਰ ਦੇ ਉਹ ਮੈਂਬਰ ਆਫ ਪਾਰਲੀਮੈਂਟ ਨੇ। ਤੇ ਦੂਸਰੀ ਅਪੀਲ ਮੇਰੀ ਸੀਗੀ ਡਾਇਰੈਕਟ ਟੂ ਬਾਈ ਈਮੇਲ ਹੈ ਟੂ ਐਮਬੈਸੀ ਇਨ ਯੂਕਰੇਨ, ਗਵਰਨਮੈਂਟ ਆਫ ਇੰਡੀਆ ਐਮਬੈਸੀ। ਤੇ ਉਹਨਾਂ ਨੂੰ ਮੈਂ ਦੇਖਿਆ ਰਿਐਕਟ ਕਿ ਠੀਕ ਸੀਗਾ, ਟਾਈਮ ਟੂ ਟਾਈਮ ਜਿਵੇਂ ਜਿਵੇਂ ਮੈਂ ਈਮੇਲ ਪਾਉਂਦਾ ਸੀਗਾ, ਡੈਫੀਨੇਟਲੀ ਹੋਰ ਵੀ ਪੇਰੈਂਟਸ ਪਾਉਣਗੇ, ਸੇਮ ਕੰਸਰਨ ਸਾਰੇ ਪੇਰੈਂਟਸ ਦਾ। ਤੇ ਉਹਨਾਂ ਨੇ ਬੱਚਿਆਂ ਨੂੰ, ਜਦੋਂ ਬੱਚਿਆਂ ਨੇ ਕਿਹਾ ਕਿ ਅਸੀਂ ਨਹੀਂ ਮੂਵ ਕਰਨਾ ਕਿਤੇ ਵੀ, ਕੁਝ ਬੱਚੇ ਚਲੇ ਗਏ ਹੇਅਰ ਐਂਡ ਦੇਅਰ ਜਿੱਦਾਂ ਜਿੱਦਾਂ ਉਹਨਾਂ ਨੂੰ ਲੱਗਾ, ਲੇਕਿਨ ਮੇਰੇ ਬੱਚੇ ਪਲੱਸ ਹੋਰ ਬੱਚੇ ਵੀ ਆ ਗਏ, ਫਿਰ ਉਹ ਉੱਥੇ ਹੀ ਰਹੇ। ਰਾਤ ਉਹਨਾਂ ਨੇ ਸਮਹਾਉ ਗੁਜ਼ਾਰ ਲਈ ਹੈ। ਲੇਕਿਨ ਮੈਂ ਬੱਚੇ ਨਾਲ ਜਿਵੇਂ ਸਵੇਰੇ ਗੱਲ ਕੀਤੀ ਹੈ, ਅਜੇ ਤੱਕ ਕੋਈ ਹੋਪ ਨਹੀਂ ਹੈ, ਬਲੈਂਕ ਨੇ, ਬੱਚੇ ਵਰੀਡ ਨੇ। ਤੇ ਜਦੋਂ ਬੱਚਾ ਵਰੀ ਹੋਏ ਤਾਂ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਉਹ ਬੱਚੇ ਨੇ ਅਜੇ ਵੀ। ਪਲੱਸ ਉਹ ਬਾਹਰਲੀ ਸਿਟੀ ਵਿੱਚ ਨੇ, ਉਹ ਨੋਨ ਸਿਟੀ ਨਹੀਂ ਹੈ, ਉਹ ਇੱਕ ਉਹਨਾਂ ਦਾ ਟ੍ਰਾਂਜੈਕਸ਼ਨ ਸਿਟੀ ਹੈ ਕਿ ਜਿੱਥੋਂ ਉਹਨਾਂ ਨੇ ਟਰੈਵਲ ਕਰਨਾ। ਤੇ ਰਹਿੰਦੇ ਹੋ ਟਰਨੋਪਿਲ ਨੇ। ਟਰਨੋਪਿਲ ਬਾਰੇ ਫਿਰ ਵੀ ਥੋੜ੍ਹੀ ਉਹਨਾਂ ਨੂੰ ਨੌਲੇਜ ਹੈ, ਕੀ ਬਾਰੇ ਕੋਈ ਨੌਲੇਜ ਨਹੀਂ ਉਹਨਾਂ ਨੂੰ। ਤੇ ਸਿਚੁਏਸ਼ਨ ਤੇ ਜਿਵੇਂ ਨਿਊਜ਼ ਵਿੱਚ ਵੀ ਤੁਸੀਂ ਵੀ ਸਭ ਜਾਣਦੇ ਹੀ ਹੋ ਕਿ ਬਹੁਤ ਸਾਰੀ ਪੈਨਿਕ, ਬਹੁਤ ਸਾਰੀ ਵਰਿੰਗ ਸਿਚੁਏਸ਼ਨ ਹੈ। ਜਿੱਥੇ ਇੱਕ ਪਾਸੇ ਯੂਕਰੇਨ ਅਤੇ ਰੂਸ ਦੀ ਜੰਗ ਸ਼ੁਰੂ ਹੋ ਚੁੱਕੀ ਹੈ, ਉੱਥੇ ਹੁਣ ਯੂਕਰੇਨ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਦੇ ਮਾਪੇ ਉਹਨਾਂ ਦੀ ਸੁਰੱਖਿਆ ਅਤੇ ਭਾਰਤ ਵਾਪਸੀ ਨੂੰ ਲੈ ਕੇ ਚਿੰਤਿਤ ਹਨ। ਯੂਕਰੇਨ ਦੇ ਖਾਰਕੀਵ ਵਿੱਚ ਪੜ੍ਹਾਈ ਲਈ ਗਏ ਜ਼ਿਲ੍ਹੇ ਦੇ ਹਲਕਾ ਕਾਦੀਆਂ ਦੇ ਗੁਰਪ੍ਰਤਾਪ ਸਿੰਘ ਦੇ ਪਰਿਵਾਰ ਨੇ ਪ੍ਰਤਾਪ ਸਿੰਘ ਬਾਜਵਾ ਦੇ ਰਾਹੀਂ ਕੇਂਦਰ ਸਰਕਾਰ ਨੂੰ ਨੌਜਵਾਨਾਂ ਨੂੰ ਵਾਪਸ ਭਾਰਤ ਲਿਆਉਣ ਦੀ ਅਪੀਲ ਕੀਤੀ ਤੇ ਨਾਲ ਹੀ ਪ੍ਰਤਾਪ ਸਿੰਘ ਬਾਜਵਾ ਨੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੂੰ ਟਵੀਟ ਕਰਦੇ ਯੂਕਰੇਨ ਵਿੱਚ ਫਸੇ ਗੁਰਪ੍ਰਤਾਪ ਸਿੰਘ ਸਮੇਤ ਪੰਜਾਬੀ ਨੌਜਵਾਨ ਨੂੰ ਵਾਪਸ ਭਾਰਤ ਲਿਆਉਣ ਦੀ ਅਪੀਲ ਕੀਤੀ ਹੈ। ਕੀ ਨਾਮ ਹੈ ਜੀ? ਨਾ ਗੁਰਮੀਤ ਸਿੰਘ ਮੇਰਾ ਨਾਮ। ਗੁਰਮੀਤ ਸਿੰਘ ਜੀ, ਇਹ ਦੱਸੋ ਕਦੋਂ ਬੇਟਾ ਗਿਆ ਸੀ ਬਾਹਰ ਤੇ ਕਿੱਥੇ ਹੈ ਇਸ ਵੇਲੇ ਤੇ ਹਾਲਾਤ ਕੀ ਨੇ? ਬੇਟੇ ਨੂੰ ਗਏ ਨੂੰ 2 ਸਾਲ ਹੋ ਗਏ ਜੀ। ਅੱਛਾ। ਤੇ ਬਸ ਜਦੋਂ ਹਾਲਾਤ ਬਹੁਤ ਜ਼ਿਆਦਾ ਖਰਾਬ ਹੋਏ ਆ, ਫਿਰ ਅਸੀਂ ਕੱਲ੍ਹ ਨੇਤਾ ਜੀ ਕੋ ਆਏ ਹਾਂ, ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਸਾਡੇ ਕਾਦੀਆਂ ਤੋਂ। ਇਹਨਾਂ ਨੇ ਫਿਰ ਸਾਡੀ ਉੱਪਰ ਮੋਦੀ ਸਾਹਿਬ ਨਾਲ ਗੱਲ ਕੀਤੀ ਹੈ। ਉਸ ਤੋਂ ਬਾਅਦ ਇਹਨਾਂ ਨੇ ਸਾਨੂੰ ਕਾਫੀ ਯਕੀਨ ਦਿਵਾਇਆ ਕਿ ਬੱਚੇ ਤੁਹਾਡੇ ਬਿਲਕੁਲ ਸੇਫ ਚੰਗੀ ਜਗ੍ਹਾ ਰੱਖੇ ਹੋਏ ਨੇ ਔਰ ਜਲਦੀ ਤੋਂ ਜਲਦੀ ਆਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਗੱਲਬਾਤ ਹੋਈ ਤੁਹਾਡੀ? ਕੀ ਦੱਸਦਾ ਬੇਟਾ? ਅੱਜ ਸਵੇਰ ਹਾਂ ਬੇਟਾ ਆਪਣਾ ਗੁਰਪ੍ਰਤਾਪ ਸਿੰਘ ਜੀ। ਕੀ ਦੱਸਦਾ ਕੀ ਹੈ ਬੇਟਾ? ਕਾਫੀ ਹਾਲਾਤ ਅੱਗੇ ਦੇ ਕਾਫੀ ਮਾਹੌਲ ਬਣਿਆ, ਸੀਰੀਅਸ ਹੋਇਆ ਸੀ, ਲੇਕਿਨ ਹੁਣ ਕਾਫੀ ਹੱਦ ਤੱਕ ਠੀਕ ਹੈ। ਕੀ ਚਾਹੁੰਦੇ ਹੋ ਤੁਸੀਂ? ਬਸ ਅਸੀਂ ਤੇ ਇਹੋ ਕਰਾਂਗੇ, ਤਕਰੀਬਨ ਜਿੰਨਾ ਵੀ ਬੱਚਾ 2000 ਦੇ ਕਰੀਬ ਬੱਚਾ ਉੱਥੇ, ਤੇ ਸਾਰੇ ਬੱਚੇ ਆਉਣੇ ਚਾਹੀਦੇ, ਜਲਦੀ ਆਉਣੇ ਚਾਹੀਦੇ ਆ। ਬੁੱਧਵਾਰ ਨੂੰ ਮੋਗਾ ਸ਼ਹਿਰ ਦੇ ਲਾਲ ਸਿੰਘ ਰੋਡ ਤੋਂ ਦਿਨ ਦਿਹਾੜੇ ਅਗਵਾ ਹੋਈ ਲੜਕੀ ਦੇ ਮਾਮਲੇ ਨੂੰ ਮੋਗਾ ਪੁਲਿਸ ਨੇ ਆਖਿਰਕਾਰ 48 ਘੰਟਿਆਂ ਵਿੱਚ ਸੁਲਝਾ ਹੀ ਲਿਆ। ਪੁਲਿਸ ਮੁਤਾਬਿਕ ਅਗਵਾ ਕੀਤੀ ਗਈ ਲੜਕੀ ਇੱਕ ਠੱਗ ਗਿਰੋਹ ਦਾ ਹਿੱਸਾ ਸੀ, ਜੋ ਵਿਆਹ ਦੇ ਬਹਾਨੇ ਭੋਲੇ ਭਾਲੇ ਲੋਕਾਂ ਨੂੰ ਠੱਗਦਾ ਸੀ ਅਤੇ ਲੜਕੀ ਫਿਰ ਕੋਈ ਨਾ ਕੋਈ ਬਹਾਨਾ ਬਣਾ ਕੇ 2-3 ਦਿਨਾਂ ਵਿੱਚ ਉੱਥੋਂ ਵਾਪਸ ਆ ਜਾਂਦੀ ਸੀ। ਐਸਐਸਪੀ ਅਨੁਸਾਰ ਇਸ ਗਿਰੋਹ ਦੀਆਂ ਤਾਰਾਂ ਪੰਜਾਬ ਤੋਂ ਇਲਾਵਾ ਰਾਜਸਥਾਨ ਅਤੇ ਹਰਿਆਣਾ ਨਾਲ ਵੀ ਸੰਬੰਧਿਤ ਹਨ। ਐਸਐਸਪੀ ਨੇ ਦੱਸਿਆ ਕਿ ਫਿਲਹਾਲ ਇਸ ਮਾਮਲੇ ਵਿੱਚ 7 ਤੋਂ 8 ਵਿਅਕਤੀ ਸਾਹਮਣੇ ਆਏ ਹਨ, ਜਿਨ੍ਹਾਂ ਚੋਂ ਕੁੱਲ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਜਿਨ੍ਹਾਂ 2 ਕਥਿਤ ਦਲਾਲ ਔਰਤਾਂ ਨੂੰ ਕਾਬੂ ਕੀਤਾ ਗਿਆ, ਉੱਥੋਂ ਦੋਵਾਂ ਵੱਲ ਹੁਣ ਤੱਕ ਕੁੱਲ 8 ਫਰਜ਼ੀ ਵਿਆਹ ਕਰਵਾਏ ਜਾ ਚੁੱਕੇ ਹਨ। ਇਹ ਲੜਕੀ ਵੀ ਇਸ ਗਿਰੋਹ ਦਾ ਹਿੱਸਾ ਹੈ। ਤਫਤੀਸ਼ ਕੀਤੀ ਜਾ ਰਹੀ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ। ਜਿਹੜਾ ਇਹ ਲੜਕੀ ਦੇ ਅਗਵਾ ਵਾਲਾ ਮਸਲਾ ਹੈ, ਇਹ 23 ਤਰੀਕ ਦੀ ਘਟਨਾ ਹੈ। ਜਦੋਂ ਇਹ ਅਗਵਾ ਹੋਈ ਹੈ, ਉਸ ਤੋਂ ਬਾਅਦ ਜਿਹੜੇ FIR ਨੰਬਰ 38 ਮਿਤੀ 23/2/22 ਦਰਜ ਕੀਤੀ ਗਈ ਅੰਡਰ ਸੈਕਸ਼ਨ 365। ਜਦੋਂ ਇਹਦੇ ਬਾਰੇ ਅਸੀਂ ਤਫਤੀਸ਼ ਜਿਹੜੀ ਹੈ ਡੂੰਘਾਈ ਨਾਲ ਕੀਤੀ ਹੈ, ਉਸ ਤੋਂ ਇਹ ਪਤਾ ਚੱਲਿਆ ਹੈ ਕਿ ਇਹ ਇੱਕ ਗਿਰੋਹ ਹੈ ਜੋ ਕਿ ਵਿਆਹ ਦੇ ਨਾਂ ਤੇ ਜਿਹੜਾ ਹੈ ਲੜਕੀਆਂ ਨੂੰ ਯੂਜ਼ ਕਰਦੇ ਨੇ ਤੇ ਇਹ ਲੜਕੀਆਂ ਉਸ ਗਿਰੋਹ ਦੇ ਵਿੱਚ ਸ਼ਾਮਲ ਨੇ। ਵਿਆਹ ਕਰਨ ਤੋਂ ਬਾਅਦ ਇਹ 2-3 ਦਿਨ ਤੋਂ ਬਾਅਦ ਜਿਹੜਾ ਹੈ ਉਸ ਘਰੋਂ ਵਾਪਸ ਆ ਜਾਂਦੀਆਂ ਨੇ, ਚਕਮਾ ਦੇ ਕੇ ਕਿਸੇ ਵੀ ਤਰੀਕੇ ਦੇ ਨਾਲ ਵਾਪਸ ਆ ਜਾਂਦੀਆਂ ਨੇ ਤੇ ਇਸ ਤਰੀਕੇ ਨਾਲ ਇਹ ਜਿਹੜਾ ਵਿਆਹ ਕਰਾਉਣ ਦਾ ਇਹ ਗਿਰੋਹ ਜਿਹੜਾ ਹੈ, ਇਹ ਸਿਰਫ ਮੋਗਾ ਨਹੀਂ, ਇਸ ਦੀ ਜਿਹੜੀ ਪੈੜਾ ਨੇ ਉਹ ਹਰਿਆਣਾ, ਰਾਜਸਥਾਨ ਤੱਕ ਵੀ ਜਾਂਦੀਆਂ ਨੇ। ਜਿਹੜਾ ਇਹ ਲੜਕੀ ਕੁਲਦੀਪ ਕੌਰ ਏਲੀਅਸ ਕੋਮਲ, ਜਿਹਦਾ ਇਹ ਮਸਲਾ ਹੈ, ਜਿਹੜੀ ਇਹ ਸੋ ਕਾਲਡ ਅਲੈਜਡਲੀ ਅਗਵਾ ਹੋਈ ਸੀ, ਜਿਹਦੇ ਵਿੱਚ 2 ਗੱਡੀਆਂ ਅਲੈਜਡਲੀ ਯੂਜ਼ ਹੋਈਆਂ ਸਨ। ਜਿਹੜਾ ਕਿ ਇਹ ਵਿਅਕਤੀ ਹੈ ਹੰਸਰਾਜ, ਜੋ ਕਿ ਤਫਤੀਸ਼ ਦੇ ਵਿੱਚ ਸਾਹਮਣੇ ਆਇਆ ਹੈ ਕਿ ਉਸ ਦੇ ਨਾਲ ਇਸ ਦਾ ਵਿਆਹ ਹੋਇਆ ਸੀ। ਇਹ ਮੋਗੇ ਦੇ ਵਿੱਚ ਹੀ ਇਹਨਾਂ ਦਾ ਵਿਆਹ ਹੋਇਆ ਸੀ। ਉਸ ਦੇ ਵਿੱਚ ਜਿਹੜਾ ਹੈਗਾ ਵਿਆਹ ਤੋਂ ਬਾਅਦ ਜਦੋਂ ਇਹ ਲੜਕੀ ਕੋਮਲ ਹੈਗੀ ਹੈ, ਕੁਲਦੀਪ ਕੌਰ ਏਲੀਅਸ ਕੋਮਲ, ਇਹ ਹਰਿਆਣਾ ਜਿਹੜੀ ਕਨੀਨ ਪਿੰਡ ਦੇ ਕੋਲ ਜਿਹੜਾ
ਇਹਦਾ ਘਰ ਹੈਗਾ ਹੰਸਰਾਜ ਦਾ, ਉੱਥੇ ਚਲੇ ਜਾਂਦੀ ਹੈ। 2-3 ਦਿਨ ਤੋਂ ਬਾਅਦ ਇਹ ਵਾਪਸ ਆ ਜਾਂਦੀ ਹੈ। ਤੇ ਜਦੋਂ ਹੰਸਰਾਜ ਨੂੰ ਇਸ ਗੱਲ ਦਾ ਪਤਾ ਲੱਗਦਾ ਤਾਂ ਜਿਹੜੀ ਉਹਨਾਂ ਨੇ ਵਿਚੋਲਣ ਪਾਈ ਹੋਈ ਸੀ, ਜਿਸ ਦਾ ਨਾਮ ਪ੍ਰਮੀਲਾ ਹੈ, ਜੋ ਹਰਿਆਣੇ ਸਟੇਟ ਦੀ ਰਹਿਣੇ ਵਾਲੀ ਹੈ, ਉਹਨੇ ਇੱਥੇ, ਕਿਉਂਕਿ ਰੀਟਾ ਨਾਮ ਦੀ ਜਿਹੜੀ ਮੋਗੇ ਦੀ ਇੱਕ ਜੋ ਕਿ ਸੋ ਕਾਲਡ ਇੱਕ ਵਿੱਚ ਦਲਾਲ ਸੀ ਜਿਹਨੇ ਇਹਨਾਂ ਦਾ ਵਿਆਹ ਕਰਵਾਇਆ ਸੀ, ਉਹਨੂੰ ਅਪਰੋਚ ਕਰਕੇ ਇਹ ਸਾਰੀ ਜਿਹੜੀ ਹੈ ਸਾਜ਼ਿਸ਼ ਜਿਹੜੀ ਹੈ ਰਚੀ ਹੈ, ਸੋ ਦੈਟ ਕਿ ਹੰਸਰਾਜ ਕੋਲ ਇਸ ਨੂੰ ਵਾਪਸ ਪਹੁੰਚਾਇਆ ਜਾਵੇ। ਕਿਉਂਕਿ ਹੰਸਰਾਜ ਜਿਹੜਾ ਹੈ ਇਸ ਤੇ ਪ੍ਰੈਸ਼ਰ ਪਾਉਂਦਾ ਸੀ ਕਿ ਜੇ ਤੂੰ ਮੇਰੀ ਵਾਈਫ ਨੂੰ ਵਾਪਸ ਨਾ ਲੈ ਕੇ ਆਈ ਤਾਂ ਮੈਂ ਤੇਰੇ ਤੇ ਕਾਰਵਾਈ ਕਰਾਂਗਾ। ਇਸ ਦੇ ਵਿੱਚ ਜਦੋਂ ਇਹ ਲੜਕੀ ਅਗਵਾ ਹੁੰਦੀ ਹੈ, ਮੋਗਾ ਪੁਲਿਸ ਵੱਲੋਂ 3 ਟੀਮਾਂ ਜਿਹੜੀਆਂ ਹੈ ਵੱਖੋ ਵੱਖਰੇ ਤਰੀਕੇ ਦੇ ਨਾਲ ਜਿਹੜੀਆਂ ਹੈ ਅਲੱਗ-ਅਲੱਗ ਥਾਵਾਂ ਤੇ ਇਹਨਾਂ ਨੂੰ ਭੇਜਿਆ ਜਾਂਦਾ ਹੈ, ਜਿਹਦੇ ਵਿੱਚ ਸਿਟੀ ਸਾਊਥ ਦੀ ਟੀਮ ਹੋਗੀ, CIA ਦੀ ਟੀਮ ਹੋਗੀ, ਸਪੈਸ਼ਲ ਬ੍ਰਾਂਚ ਦੀ ਟੀਮ ਹੋਗੀ, ਇਸ ਤੋਂ ਇਲਾਵਾ ਸਦਰ ਦੀ ਟੀਮ ਹੋਗੀ। ਮੈਨੂੰ ਬੜੀ ਖੁਸ਼ੀ ਹੈ ਕਹਿਣ 'ਚ ਕਿ ਸਾਡੀਆਂ ਇਹਨਾਂ ਤਿੰਨੋਂ ਟੀਮਾਂ 4 ਟੀਮਾਂ ਵੱਲੋਂ ਜਿਹੜੀ ਹੈ ਵੱਖੋ ਵੱਖਰੇ ਏਰੀਆ 'ਚ ਜਾ ਕੇ ਬੰਦਿਆਂ ਨੂੰ ਫੜਿਆ ਵੀ ਗਿਆ ਹੈ ਤੇ ਰਿਕਵਰੀਜ਼ ਵੀ ਕੀਤੀਆਂ ਗਈਆਂ ਹਨ। ਤੇ ਇਹ ਜਿਹੜਾ ਇੱਕ ਗਰੋਹ ਸੀ ਜਿਹੜਾ ਵੱਡੇ ਲੈਵਲ ਤੇ ਇਹ ਕੰਮ ਕਰ ਰਿਹਾ ਸੀ, ਇਹਦਾ ਪਰਦਾਫਾਸ਼ ਵੀ ਕੀਤਾ ਗਿਆ ਹੈ। ਸਰ ਕਿੰਨੇ ਮੈਂਬਰ ਹੈ ਗਰੋਹ ਦੇ ਜੀ? ਹੁਣ ਤੱਕ ਜਿਹੜੇ ਬੰਦੇ ਨੇ ਉਹ 7 ਤੋਂ 8 ਦੇ ਕਰੀਬ ਜਿਹੜੇ ਬੰਦੇ ਆਈਡੈਂਟੀਫਾਈਡ ਹੋਏ ਨੇ। ਦੋਸਤੋ, ਇਹ ਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ। ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਇਜਾਜ਼ਤ। ਰੱਬ ਰਾਖਾ।